ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਕੈਲਗਰੀ ਤੋਂ ਸੁਪਰਸਟਾਰ ਪਲੰਬਿੰਗ ਐਂਡ ਹੀਟਿੰਗ ਵਾਲੇ ਸੁਖਪਾਲ ਸਿੰਘ ਬਰਾੜ ਹੋਰਾਂ ਨੇ। ਤੁਹਾਡੀ ਕੋਈ ਟੂਟੀ ਖਰਾਬ ਹੋ ਜਾਂਦੀ ਹੈ, ਸਿੰਕ ਖਰਾਬ ਹੋ ਜਾਂਦਾ ਹੈ, ਜਾਂ ਮਿਕਸਰ, ਜਾਂ ਤੁਹਾਡਾ ਸ਼ਾਵਰ ਖਰਾਬ ਹੈ, ਜਾਂ ਤੁਹਾਡੀ ਹੀਟ ਦਾ ਥਰਮੋਸਟੇਟ ਜਾਂ ਕੋਈ ਹੋਰ ਕਿਸੇ ਪ੍ਰੋਬਲਮ ਦੀ ਆ ਜਾਂਦੀ, ਆਟੋ ਸਟਾਰਟ ਨਹੀਂ ਲੈਂਦਾ, ਜਾਂ ਕੋਈ ਵੀ ਹੈ, ਬੜੇ ਮਾਹਿਰ ਨੇ ਜੀ ਸੁਖਪਾਲ ਸਿੰਘ ਬਰਾੜ ਹੋਰੀ। 403 690 1235 4036901235। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ, ਤੇ ਸਾਡੇ ਸਤਿਕਾਰਤ ਲਿਸਨਰ ਜਗਜੀਤ ਸਿੰਘ ਲੰਡਨ ਤੋਂ। ਬੇਕਰਸਫੀਲਡ ਏਰੀਆ ਦੇ ਵਿੱਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਤੁਸੀਂ ਆਪਣੇ ਘਰਾਂ ਤੇ ਵਪਾਰਕ ਸਥਾਨਾਂ ਦੀਆਂ ਛੱਤਾਂ ਤੇ ਸੋਲਰ ਸਿਸਟਮ ਲਵਾ ਸਕਦੇ ਹੋ। ਸੰਪਰਕ ਕਰੋ ਜਤਿੰਦਰ ਸਿੰਘ ਤੂਰ ਹੋਰਾਂ ਨਾਲ 6617541722 661 754 1722 ਦੇ ਉੱਤੇ ਸੰਪਰਕ ਕਰ ਸਕਦੇ ਹੋ। ਫਿਲਹਾਲ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਡਾਕਟਰ ਸ਼ਿੰਦਰ ਕੌਰ, ਅੱਜ ਸੋਮਵਾਰ ਹੈ ਜੀ, ਡਾਕਟਰ ਸ਼ਿੰਦਰ ਕੌਰ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਤੋਂ ਜਾਣਾਂਗੇ ਸਾਡੇ ਪੰਜਾਬੀ ਦੇ ਬਹੁਤ ਹੀ ਮਹਾਨ ਸਾਹਿਤਕਾਰ, ਗ੍ਰਾਮਰ, ਵਿਆਕਰਨ ਦੇ ਮਾਹਿਰ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦਾ ਜੀਵਨ, ਉਹਨਾਂ ਦੇ ਜੀਵਨ ਦੇ ਦੌਰਾਨ SGPC ਤੋਂ ਉਹਨਾਂ ਨੂੰ ਅਸਤੀਫਾ ਕਿਉਂ ਦੇਣਾ ਪਿਆ, ਕੀ ਕੁਛ ਲਿਖਿਆ ਸੀ, ਕੀ ਕੁਛ ਪਬਲਿਸ਼ ਨਹੀਂ ਹੋਇਆ, ਤਮਾਮ ਗੱਲਾਂ ਹੋਣਗੀਆਂ, ਖੁੱਲ੍ਹੇ ਦਿਲ ਨਾਲ ਗੱਲਾਂ ਹੋਣਗੀਆਂ। ਸੋ ਇੱਕ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਜੀ। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਬਾਈ ਜੀ, ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ। ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519 622 0660 519 622 0660 QTL, because we care. Quick Truck Lube। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। PGI ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814 32345। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519 622 0660 ਜਾਂ quicktrucklube.com। QTL, because we care. Quick Truck Lube।
ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 6618858858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ ਬੇਕਰਸਫੀਲਡ ਕੈਲੀਫੋਰਨੀਆ 93307 ਯੂਨੀਅਨ ਵਿਲੇਜ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 5:30 ਦੇ ਉੱਤੇ ਬਠਿੰਡਾ ਸਟੂਡੀਓ ਤੋਂ ਲਾਈਵ ਪ੍ਰਸਾਰਿਤ ਕੀਤਾ ਜਾਂਦਾ। ਇਸ ਪ੍ਰੋਗਰਾਮ ਨੂੰ ਜੇਕਰ ਤੁਸੀਂ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ +91 9780141741 97801 41741 ਗੱਲਬਾਤ ਕਰਨ ਦੇ ਲਈ ਆਪਾਂ ਜੁੜਾਂਗੇ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਨਾਲ। ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਜੇਕਰ ਤੁਸੀਂ ਗੱਲਬਾਤ ਦਾ ਹਿੱਸਾ ਬਣਨਾ, ਤੁਸੀਂ ਫੋਨ ਕਾਲਸ ਕਰਨੀਆਂ ਨੇ, ਆਪਣੇ ਕੁਛ ਸਵਾਲਾਤ ਰੱਖਣੇ ਨੇ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਕੋਲੇ, ਤਾਂ ਫੋਨ ਨੰਬਰ ਹੈ ਜੀ ਸਟੂਡੀਓ ਦਾ। ਬਾਹਰੋਂ ਕਾਲ ਕਰਨ ਲੱਗੇ +91 ਲਾ ਲੈਣਾ ਜੀ 9216410666 92164 10666 9814910666। WhatsApp ਕਾਲ ਮੈਂ ਨਹੀਂ ਲੈ ਪਾਵਾਂਗਾ, ਕਾਰਨ ਕੀ ਹੈ ਕਿ ਲਾਈਨਾਂ ਤਿੰਨੇ ਬਿਜ਼ੀ ਨੇ। ਸੋ 2 ਲਾਈਨਾਂ ਤੁਹਾਡੇ ਨੰਬਰ ਦੱਸਦੇ ਨੇ, ਤੀਜੀ ਲਾਈਨ ਤੇ ਡਾਕਟਰ ਹਰਸ਼ਿੰਦਰ ਕੌਰ ਹੋ ਰਹੇ ਨੇ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਸਕਦੇ ਨੇ ਵੀਰ ਭੈਣ ਬਜ਼ੁਰਗ ਬੱਚੇ ਸਭਨਾਂ ਨੂੰ ਬਹੁਤ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਜੀ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦੇ ਨਾਲ। ਪ੍ਰੋਫੈਸਰ ਸਾਹਿਬ ਸਿੰਘ ਉਹ ਸ਼ਖਸੀਅਤ ਸਨ ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਕਿ ਉਹਨਾਂ ਨੂੰ ਸੰਸਕ੍ਰਿਤ ਤੋਂ ਲੈ ਕੇ ਪੰਜਾਬੀ ਦੀ ਵਿਆਕਰਨ ਤੱਕ ਦਾ ਪੂਰਾ ਗਿਆਨ ਸੀ। ਬਹੁਤ ਕੁਝ ਉਹਨਾਂ ਨੇ ਲਿਖਿਆ, ਇੰਨਾ ਕੁਝ ਵੀ ਲਿਖਿਆ ਕਿ ਕਈ ਚੀਜ਼ਾਂ ਜਿਹੜੀਆਂ ਲਿਖੀਆਂ ਸਨ ਉਹ ਲੋਕਾਂ ਨੂੰ ਹਜ਼ਮ ਤੱਕ ਵੀ ਨਹੀਂ ਆਈਆਂ। ਉਹਨਾਂ ਨੂੰ ਡਾਕਟਰੇਟ ਆਫ ਲੈਟਰਸ ਦਾ ਅਵਾਰਡ ਦਿੱਤਾ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 1971 ਦੇ ਵਿੱਚ, ਤੇ ਅਖੀਰ 1977 ਦੀ 29 ਅਕਤੂਬਰ ਨੂੰ ਉਹ ਇਸ ਫਾਨੀ ਦੁਨੀਆ ਤੋਂ ਵਿਦਾ ਹੋ ਗਏ ਸਨ। ਸੋ ਪ੍ਰੋਫੈਸਰ ਬਣ ਜਾਣਾ, ਮੈਂ ਸਭ ਤੋਂ ਵੱਡੀ ਗੱਲ ਹੈ ਕਿ ਕਈ ਲੋਕ 1 ਘੰਟਾ ਜਾਂ 2 ਘੰਟੇ ਕਾਲਜ 'ਚ ਪੜ੍ਹਾਏ ਤੇ ਉਹ ਆਪਣੇ ਆਪ ਨੂੰ ਪ੍ਰੋਫੈਸਰ ਲਿਖ ਲੈਂਦੇ ਨੇ। ਕਾਲਜ ਦੇ ਵਿੱਚ ਦੀ ਲੰਘਿਆ ਤਾਂ ਵੀ ਪ੍ਰੋਫੈਸਰ ਲਿਖ ਜਾਂਦੇ ਨੇ। ਪ੍ਰੋਫੈਸਰ ਦਾ ਰੁਤਬਾ ਬੜਾ ਵੱਡਾ ਹੁੰਦਾ ਹੈ, ਪ੍ਰੋਫੈਸਰ ਬਣਨਾ ਕੋਈ ਆਮ ਗੱਲ ਨਹੀਂ ਹੈ। ਸੋ ਗੱਲਬਾਤ ਦਾ ਵਿਸ਼ਾ, ਕਿਉਂਕਿ ਅਸੀਂ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਨਾਲ ਗੱਲਬਾਤ ਜਦੋਂ ਕਰਦੇ ਹਾਂ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਉਹ ਜਾਣਕਾਰੀ ਪਹੁੰਚਾਈ ਜਾਵੇ ਜਿਹੜੀ ਸਾਡੇ ਸਮਾਜ ਦੇ ਨਾਲ ਸਾਡੇ ਨਾਲ ਜੁੜੀ ਹੈ, ਤੇ ਕਈ ਵਾਰੀ ਅਸੀਂ ਉਹਨੂੰ ਭੁੱਲ ਵੀ ਜਾਂਦੇ ਹਾਂ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਦਰਅਸਲ ਮੈਂ ਦਿਲੋਂ ਤੁਹਾਡਾ ਧੰਨਵਾਦ ਕਰਦੀ ਹਾਂ, ਕਿਉਂਕਿ ਹੈ ਤਾਂ ਉਹ ਮੇਰੇ ਨਾਨਾ ਜੀ ਸਨ, ਪ੍ਰੋਫੈਸਰ ਸਾਹਿਬ ਸਿੰਘ ਜੀ। ਤੇ ਮੈਂ ਸ਼ੁਕਰ ਹੀ ਕਰ ਸਕਦੀ ਹਾਂ ਵਾਹਿਗੁਰੂ ਦਾ ਕਿ ਮੈਂ ਇਸ ਟੱਬਰ ਵਿੱਚ ਮੇਰਾ ਜਨਮ ਹੋਇਆ, ਕਿਉਂਕਿ ਇਹ ਜਨਮ ਲੈਣਾ ਤੇ ਆਪਣੇ ਹੱਥ ਨਹੀਂ ਹੁੰਦਾ। ਜੋ ਚੀਜ਼ਾਂ ਮੈਂ ਅੱਜ ਸਾਂਝੀਆਂ ਕਰਨੀਆਂ ਨੇ ਉਹਨਾਂ ਚੋਂ ਬਹੁਤ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਸ਼ਾਇਦ ਸਭ ਨੂੰ ਪਤਾ ਵੀ ਨਾ ਹੋਵੇ, ਤੇ ਉਹ ਚੀਜ਼ਾਂ ਜਿਸ ਤਰੀਕੇ ਦੀ ਜ਼ਿੰਦਗੀ ਉਹਨਾਂ ਨੇ ਬਿਤਾਈ ਸੀ, ਮੈਨੂੰ ਲੱਗਦਾ ਹੈ ਕਿ ਜੇ ਉਸ ਤੋਂ ਸੇਧ ਲੈ ਕੇ ਕੋਈ ਆਪਾਂ 2-4 ਜਣੇ ਵੀ ਸਮਝ ਸਕਣ ਕਿ ਕਿਸ ਤਰੀਕੇ ਦੀ ਔਖਿਆਈ, ਕਿਸ ਤਰ੍ਹਾਂ ਦੀਆਂ ਔਕੜਾਂ ਵਿੱਚੋਂ ਕਿਵੇਂ ਨਿਖਰ ਕੇ ਕੋਈ ਅਗਾਂਹ ਲੰਘ ਸਕਦਾ ਹੈ, ਤੇ ਕਿਵੇਂ ਫਿਰ ਇਸ ਬੁਲੰਦੀ ਤੱਕ ਪਹੁੰਚਦਾ ਜਦੋਂ ਲੱਤਾਂ ਖਿੱਚਣ ਵਾਲੇ ਕੋਲ ਕਿੰਨੇ ਹੀ ਖੜੇ ਹੋਣ, ਫਿਰ ਵੀ ਇਸ ਪੱਧਰ ਤੱਕ ਜਾਣਾ ਮਾਇਨੇ ਰੱਖਦਾ ਹੈ। ਤੇ ਜਿਵੇਂ ਦੀ ਉਹਨਾਂ ਦੀ ਜ਼ਿੰਦਗੀ ਸੀ, ਮੇਰਾ ਖਿਆਲ ਹੈ ਉਹ ਹਿੰਦੂ ਸਿੱਖ ਦਾ ਜੋ ਮਿਸ਼ਰਣ, ਮੈਂ ਇੱਥੋਂ ਤੱਕ ਵੀ ਕਹਿ ਸਕਦੀ ਹਾਂ ਕਿ ਇੱਕ ਸਾਂਝ ਦਾ ਪ੍ਰਤੀਕ ਸੀ। ਕਿਉਂਕਿ ਦੇਖੋ ਭਾਜੀ, ਗਰੀਬੀ ਸਾਡੇ ਹਿੰਦੁਸਤਾਨ ਵਿੱਚ ਕਰੋੜਾਂ ਜੰਮੇ ਬੱਚਿਆਂ ਨੂੰ ਨਾ ਗੁੜਤੀ 'ਚ ਮਿਲਦੀ ਹੈ। ਮੈਂ ਤਾਂ ਇਹ ਬਿਲਕੁਲ, ਤੇ ਉਹਦੇ ਵਿੱਚ ਬਹੁਤ ਨੇ ਭਾਜੀ, ਅਸੀਂ ਗਿਣਤੀ ਵੀ ਨਹੀਂ ਕਰ ਸਕਣਾ ਜਿਨ੍ਹਾਂ ਨੂੰ ਜਿਉਂਦੇ ਹੋਣ ਦਾ ਅਹਿਸਾਸ ਵੀ ਨਹੀਂ ਹੁੰਦਾ, ਯਾਨੀ ਜਿਉਣ ਜੋਗੇ ਵੀ ਨਹੀਂ ਕਹਾਉਂਦੇ। ਉਹ ਇਸੇ ਤਰ੍ਹਾਂ ਹੀ ਖਤਮ ਹੋ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਵੀ ਇਹਨੂੰ ਜ਼ਿੰਦਗੀ ਵੀ ਕਿਹਾ ਜਾਏ ਕਿ ਨਹੀਂ। ਤੇ ਮੇਰੇ ਨਾਨਾ ਜੀ ਇਸੇ ਤਰ੍ਹਾਂ ਦੀ ਹੀ ਕੁਛ ਹਾਲਾਤ ਵਿੱਚ ਪੈਦਾ ਹੋਏ ਸਨ, ਜਿਹੜੇ ਬਹੁਤ ਸਿਆਲਕੋਟ ਵਿੱਚ ਬਹੁਤ ਨਿੱਕਾ ਜਿਹਾ ਪਿੰਡ ਸੀ ਫਤਿਹਵਾਲੀ, ਉੱਥੇ ਵੀ ਇੱਕ ਕਰਜ਼ਈ ਹਟਵਾਣੀਆਂ ਸੀ, ਉਹ ਵੀ ਹਿੰਦੂ, ਜਿਨ੍ਹਾਂ ਦੇ ਘਰੋਂ ਪੈਦਾ ਹੋਏ ਸਨ।
ਯਾਨੀ ਇੰਨੀ ਅੱਤ ਦੀ ਗਰੀਬੀ ਸੀ ਭਾਜੀ ਕਿ ਉਹ ਕਹਿੰਦੇ, ਸਾਨੂੰ ਸੁਣਾਉਂਦੇ ਹੁੰਦੇ ਸਨ, ਮੈਨੂੰ ਨਹੀਂ ਚੇਤੇ ਅਸੀਂ ਕਦੇ ਵੀ 3 ਵੇਲੇ ਕਦੇ ਰੋਟੀ ਖਾਧੀ ਹੋਵੇ, ਸਾਨੂੰ ਚੇਤੇ ਹੀ ਨਹੀਂ ਕਦੇ। ਯਾਨੀ ਇਹ ਹਾਲ ਸੀ। ਵੈਸੇ ਸਥਿਤੀਆਂ ਤਾਂ ਉਦੋਂ ਵੈਸੇ ਵੇਖਿਆ ਕਿ ਜੇਕਰ ਗੱਲ ਕਰੀਏ ਤਾਂ 90% ਸਾਡੇ ਸਕਾਲਰ ਹੀ ਜਿਹੜੇ ਨੇ ਉਹ ਅਜਿਹੇ ਹਾਲਾਤਾਂ 'ਚੋਂ ਹੀ ਪੈਦਾ ਹੋਏ ਨੇ, ਭਾਵੇਂ ਉਹ ਸਾਡੇ ਸਕਾਲਰ ਸਨ, ਭਾਵੇਂ ਉਹ ਸਾਡੇ ਯੋਧੇ ਸਨ, ਭਾਵੇਂ ਉਹ ਸਾਡੇ ਰਹਿਨੁਮਾ ਸਨ। ਜੀ ਬਿਲਕੁਲ। ਇਹਨਾਂ ਦੀ ਇੱਕ ਕਮਾਲ ਇਹ ਸੀ ਕਿ ਅਸਲ 'ਚ ਭਾਜੀ ਜਿਨ੍ਹਾਂ ਨੂੰ ਨਾ ਖਿਮਾ ਕਰਿਓ, ਮੈਂ ਵਿੱਚ ਇੱਕ ਗੱਲ ਹੋਰ ਸਾਂਝੀ ਕਰਦੇ, ਜਦੋਂ ਪੱਕੀ ਪਕਾਈ ਖਿਚੜੀ ਮਿਲ ਜਾਵੇ ਨਾ, ਉਦੋਂ ਅਹਿਸਾਸ ਨਹੀਂ ਹੁੰਦਾ ਕਿ ਇਹਨੂੰ ਪਕਾਉਣ ਵਿੱਚ ਕਿੰਨੀ ਕੁ ਮਿਹਨਤ ਕੀਤੀ ਗਈ ਹੈ। ਬਿਲਕੁਲ ਇਸੇ ਤਰ੍ਹਾਂ ਉਹ ਗਰੀਬੀ ਵਿੱਚੋਂ ਕਿਸ ਤਰੀਕੇ, ਕਿਉਂਕਿ ਅਣਖ ਮਾਰ ਦਿੰਦੀ ਹੈ ਗਰੀਬੀ, ਜਦੋਂ ਹੱਥ ਅੱਡਣਾ ਪੈਂਦਾ ਨਾ ਭਾਜੀ, ਬਹੁਤ ਕੁਛ ਅੰਦਰ ਟੁੱਟਦਾ। ਤੇ ਫਿਰ ਵੀ ਬੰਦੇ ਦਾ ਲੰਘਣਾ, ਤੁਸੀਂ ਇਹ ਵੇਖੋ ਕਿ ਇਹਨਾਂ ਦੇ ਜੰਮਣ ਤੋਂ ਪਹਿਲਾਂ ਉਸ ਗਰੀਬੀ ਦੀ ਹਾਲਤ 'ਚ ਇਲਾਜ ਕਰਨ ਜੋਗੇ ਪੈਸੇ ਨਹੀਂ ਸੀ ਹੁੰਦੇ, ਤਾਂ ਸਾਰੇ ਹੀ ਬੱਚੇ ਇਹਨਾਂ ਤੋਂ ਪਹਿਲਾਂ ਮਰ ਜਾਂਦੇ ਰਹੇ, ਕੋਈ ਨਹੀਂ ਸੀ ਬਚਿਆ। ਇਹੀ ਅਖੀਰ ਜਦੋਂ ਪੈਦਾ ਹੋਏ ਤਾਂ ਜਿਵੇਂ ਉਸ ਸਮੇਂ ਹਿੰਦੂ ਸਮਾਜ ਵਿੱਚ ਜੋ ਸੋਚ ਸੀ, ਉਸ ਅਨੁਸਾਰ ਇਹਨਾਂ ਦੇ ਨੱਕ 'ਚ ਨੱਥ ਪਾ ਦਿੱਤੀ। ਕਿਸੇ ਪੰਡਤ ਨੇ ਕਿਹਾ ਇਸੇ ਤਰ੍ਹਾਂ ਬਚਣਗੇ, ਤਾਂ ਇਹਨਾਂ ਦਾ ਨਾਮ ਫਿਰ ਉੱਥੋਂ ਨੱਥੂ ਰਾਮ ਹੀ ਪੈ ਗਿਆ। ਅੱਛਾ ਜੀ, ਨੱਥ ਤੋਂ ਨੱਥੂ ਰਾਮ ਬਣਾਤਾ ਜੀ। ਉਹਨਾਂ ਨੂੰ 8ਵੀਂ ਜਮਾਤ ਤੱਕ ਪਈ ਰਹੀ, ਜਦ ਤੱਕ ਉਹਨਾਂ ਦਾ ਵਿਆਹ ਨਹੀਂ ਹੋ ਗਿਆ ਉਸ ਸਮੇਂ, ਕਿਉਂਕਿ ਵਿਆਹ ਛੇਤੀ ਹੋ ਜਾਇਆ ਕਰਦੇ ਸਨ, ਤਾਂ ਇਹਨਾਂ ਦਾ ਨਾਮ ਇਹ ਪੈ ਗਿਆ। ਪਰ ਕਮਾਲ ਇਹ ਵੇਖੋ ਕਿ ਉਦੋਂ ਇੱਕ ਵੀ ਅਜਿਹੀ ਬਿਮਾਰੀ ਨਹੀਂ ਸੀ ਜਿਹੜੇ ਇਹਨਾਂ ਨੂੰ ਨਾ ਹੋਈ ਹੋਵੇ, ਭਾਵੇਂ ਚੇਚਕ, ਮਿਆਦੀ ਬੁਖਾਰ, ਇਨਫਲੂਐਂਜ਼ਾ, ਮਲੇਰੀਆ, ਯਾਨੀ ਕੋਈ ਇਹੋ ਜਿਹੀ ਬਿਮਾਰੀ ਨਹੀਂ ਸੀ ਜਿਹੜੀ ਨਾ ਹੋਈ ਹੋਵੇ ਜੀ। ਪਾ ਲੈ ਕੇ ਕਿੰਨੀ ਵਾਰ ਮੌਤ ਦੇ ਮੂੰਹ ਨਿਕਲ ਕੇ, ਜਿਸ ਤਰੀਕੇ ਦਾ ਅੱਧ ਮਰਿਆ ਕੋਈ ਇਨਸਾਨ ਹੁੰਦਾ ਹੈ। ਬਈ ਇਹਨਾਂ ਦੇ ਉਸਤਾਦ ਨੇ ਬਚਪਨ 'ਚ ਕਿਹਾ ਸੀ ਕਿ ਤੁਸੀਂ ਇੰਨਾ ਕਮਜ਼ੋਰ ਤੇ ਮਾੜਚੂ ਹੈ ਨਾ ਨੱਥੂ ਰਾਮ, ਕਿ ਅਗਾਂਹ ਜਿਹੜੇ ਪੁੱਤਰ ਪੋਤਰੇ ਹੋਣਗੇ ਨਾ, ਉਹ ਇਸ ਵੀ ਗਿੱਠੇ ਹੋਣੇ ਆ। ਮੈਨੂੰ ਤੇ ਸ਼ੱਕ ਹੈ ਕਿਤੇ ਢਾਂਗਿਆਂ ਨਾਲ ਹੀ ਬਤਾਊ ਨਾ ਲਾਣਾ ਪਵੇ ਇਹਨੇ। ਪਰ ਉੱਥੋਂ ਨਿਕਲੇ, ਮੈਂ ਦੱਸਣਾ ਇਹ ਚਾਹੁੰਦੀ ਹਾਂ ਕਿ ਕਿਸ ਤਰੀਕੇ ਦਾ ਇਹਨਾਂ ਦਾ ਪੜ੍ਹਾਈ ਵੱਲ ਧਿਆਨ ਸੀ। ਸਿਰਫ ਭਾਜੀ 4.5 ਸਾਲ ਉਮਰ, ਦੇਖੋ ਸਾਡੇ ਵੀ ਬੱਚੇ ਨੇ ਘਰ 'ਚ, ਮੇਰੇ ਵੀ ਨੇ, ਮੈਂ ਸਮਝਦੀ ਹਾਂ 4.5 ਸਾਲ ਤੇ ਕਿੰਨਾ ਕੁ ਬੱਚੇ ਨੂੰ ਇਸ ਤਰ੍ਹਾਂ ਦੀ, ਜਦੋਂ ਗਰੀਬ ਘਰ 'ਚੋਂ ਨਿਕਲੇ ਹੋਣ, ਕਿੱਦਾਂ ਦੀ ਉਹਨਾਂ ਨੂੰ ਪੜ੍ਹਾਈ ਦਾ ਸ਼ੌਕ ਹੈ, ਕਿਵੇਂ ਪੂਰੇ ਕਰਦੇ ਨੇ। ਪਰ ਜਿਵੇਂ ਦੀ ਉਹਨਾਂ ਦੀ ਸ਼ਖਸੀਅਤ ਨਿਖਰੀ, ਉਹਨਾਂ ਨੂੰ ਮੇਰਾ ਖਿਆਲ ਹੈ ਸਾਰੇ ਜਾਣਦੇ ਨੇ। ਮਹਾਰਾਜਾ ਰਣਜੀਤ ਸਿੰਘ ਕੌਣ ਸੀ? ਉਹਨਾਂ ਦੇ ਜਿਹੜੇ ਦਰਬਾਰ 'ਚ ਸਨ ਪ੍ਰਸਿੱਧ ਕਵੀ ਹਾਸ਼ਮ ਸ਼ਾਹ, ਉਹ ਵੀ ਸਾਰੇ ਜਾਣਦੇ ਨੇ। ਉਹਨਾਂ ਦੇ ਸੁਪੁੱਤਰ ਜੋ ਸਨ ਮੀਆਂ ਹਯਾਤ ਸ਼ਾਹ, ਉਹ ਇਹਨਾਂ ਦੇ ਉਸਤਾਦ ਸਨ। ਅੱਛਾ ਜੀ। ਉਹਨਾਂ ਨੇ ਚੁਣ ਕੇ ਆਪ, ਤੁਸੀਂ ਖਿਆਲ ਕਰਿਓ ਕਿ ਇਸ ਗਰੀਬੀ 'ਚ ਕਿਸ ਤਰੀਕੇ ਉਹ ਪੜ੍ਹ ਸਕਦੇ ਸਨ, ਪਰ ਉਹਨਾਂ ਨੇ ਲਗਨ ਵੇਖਦਿਆਂ ਸੱਦਿਆ ਵੀ ਭਲਾ ਆ ਤੁਹਾਡੇ ਘਰ 'ਚ ਇੱਕ ਨੱਥੂ ਰਾਮ ਹੈ, ਉਹ ਭੇਜ। ਜਿਸ ਲਗਨ ਨਾਲ ਜਦੋਂ ਮੈਂ ਪੜ੍ਹਾਉਣਾ ਨਾ, ਉਹ ਵੇਖਦਾ ਮੇਰਾ, ਤੇ ਜਿਸ ਤਰੀਕੇ ਉਹ ਸਿੱਖਦਾ ਤੇ ਜਿਸ ਤਰੀਕੇ ਉਹ ਅੱਗੋਂ ਉਚਾਰਦਾ, ਮੈਨੂੰ ਵੇਖ ਕੇ ਲੱਗਦਾ ਕਿ ਇਹਦੀ ਪ੍ਰਤਿਭਾ ਸਭ ਤੋਂ ਵੱਖ ਤੇ ਨਿਰਾਲੀ ਹੈ, ਤੂੰ ਪੜ੍ਹਨ ਨੂੰ ਭੇਜ, ਮੈਂ ਇਹਨੂੰ ਪੜ੍ਹਾਉਣਾ ਚਾਹੁੰਦਾ। ਕਹਿੰਦੇ ਇਹ ਵੀ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ। ਕਹਿੰਦੇ ਜਦੋਂ ਆਪਣੇ ਪ੍ਰਾਇਮਰੀ ਸਕੂਲ 'ਚ ਸੀਗੇ, ਕਹਿੰਦੇ ਉੱਥੋਂ ਸਿੱਖ ਫੌਜੀ ਲੰਘੇ ਤਾਂ ਕਹਿੰਦੇ ਉਦੋਂ ਹੀ ਉਹਨਾਂ ਨੇ ਮਨ ਬਣਾ ਲਿਆ ਕਿ ਮੈਂ ਸਿੱਖ ਸੱਜਣਾ, ਸਿੰਘ ਸੱਜਣਾ, ਤੇ ਕਹਿੰਦੇ ਬੜੀ ਛੋਟੀ ਉਮਰ 'ਚ ਹੀ ਅੰਮ੍ਰਿਤਧਾਰੀ ਬਣ ਗਏ ਉਦੋਂ ਹੀ। ਜੀ ਉਦੋਂ ਹੀ ਉਹ ਜਦੋਂ ਉੱਥੋਂ ਨਿਕਲਦੇ ਸਨ, ਵਾਪਸ ਘਰ ਆਉਂਦੇ ਸਨ, ਤਾਂ ਧਾਰੀ ਵੀ ਜਾਂਦੇ ਸੀ ਉਸੇ ਰਾਹ ਤੇ ਸਿੱਖ ਫੌਜੀ ਵੀ ਜਾਂਦੇ ਸਨ। ਉਹ ਜਦੋਂ ਸਿੱਖ ਫੌਜੀਆਂ ਨੇ ਲੰਘਣਾ, ਉੱਚੀ ਉੱਚੀ ਉਹਨਾਂ ਨੇ ਬੋਲੇ ਸੋ ਨਿਹਾਲ ਕਰਦੇ ਜਾਣਾ, ਤੇ ਲੰਮੇ ਲੰਮੇ ਸਰੂ ਵਰਗੇ ਉਹ ਦੇਖਦੇ ਵੀ ਐ, ਸੋਹਣੀਆਂ ਤੁਰਲੇ ਵਾਲੀਆਂ ਉਹਨਾਂ ਦੀਆਂ ਪੱਗਾਂ। ਤੇ ਇਹਨਾਂ ਨੂੰ 2-3 ਵਾਰ ਗੱਲ ਵੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇਹਨਾਂ ਨੇ ਦੇਖਿਆ ਕਿ ਉਹਨਾਂ ਦਾ ਅੰਦਾਜ਼ ਵੱਖ ਹੈ। ਯਾਨੀ ਉਦੋਂ ਇਹਨਾਂ ਨੂੰ ਗੁਰਬਾਣੀ ਬਾਰੇ ਸਮਝ ਨਹੀਂ ਸੀ ਨਿੱਕੇ ਬਾਲ ਨੂੰ, ਪਰ ਉਹਨਾਂ ਨੂੰ ਜਿਵੇਂ ਖਿੱਚ ਪੈਂਦੀ ਸੀ, ਧੂ ਪੈਂਦੀ ਸੀ ਵੀ ਕਿੰਨੇ ਸੋਹਣੇ ਖੂਬਸੂਰਤ ਤੇ ਕਿੰਨਾ ਸੋਹਣਾ ਉਚਾਰਦੇ ਨੇ ਬੋਲੇ ਸੋ ਨਿਹਾਲ, ਤੇ ਮੈਂ ਸਿੱਖ ਬਣਨਾ ਚਾਹੁੰਦਾ। ਯਾਨੀ ਮਨ ਵਿੱਚ ਕੇਸ ਰੱਖਣ ਦਾ ਉਦੋਂ ਖਿਆਲ ਵੀ ਆਇਆ। ਪਰ ਜਿਸ ਤਰੀਕੇ ਉਹ ਹਾਲ, ਮੈਂ ਹੁਣ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਅੱਜ ਤੱਕ ਦਾ ਇਹ ਵੀ ਇਤਿਹਾਸ ਜੇ ਕਿ ਜਿਸ ਤਰੀਕੇ ਇਹ ਨਿੱਠ ਕੇ ਠਾਣ ਬੈਠੇ ਸਨ, ਮੈਂ ਤੇ ਬਣਨਾ ਹੀ ਸਿੱਖ ਹੈ, ਕਿ ਇਹ ਇੱਕੋ ਇੱਕ ਸਨ ਉਹਨਾਂ ਸਮਿਆਂ 'ਚ ਜਿਨ੍ਹਾਂ ਨੂੰ ਬਿਨਾਂ ਕੇਸ ਦੇ ਅੰਮ੍ਰਿਤ ਛਕਾਇਆ ਗਿਆ ਸੀ, ਕਿਉਂਕਿ ਕੇਸ ਉੱਗਣ 'ਚ ਸਮਾਂ ਲੱਗਣਾ ਸੀ, ਤਾਂ ਉਦੋਂ ਤੱਕ ਲਈ ਇਹਨਾਂ ਨੂੰ ਕਿ ਤੁਹਾਨੂੰ ਅਸੀਂ ਛਕਾ ਦਿੰਦੇ ਹਾਂ। ਪਰ ਮੈਂ ਅੱਜ ਦਾਅਵੇ ਨਾਲ ਕਹਿ ਸਕਦੀ ਹਾਂ
ਤੇ ਮੈਂ ਸੀਮਤ ਨਹੀਂ ਰੱਖਣਾ ਚਾਹੁੰਦੀ ਕਿ ਸਿਰਫ ਮੇਰੇ ਨਾਨਾ ਜੀ ਸਨ, ਕਿਉਂਕਿ ਮੇਰਾ ਖਿਆਲ ਉਹ ਆਪਣੇ ਆਪ ਵਿੱਚ ਸੰਸਥਾ ਸਨ ਤੇ ਅੱਜ ਦੁਨੀਆ ਭਰ ਚ ਜਿੱਥੇ ਕਿਤੇ ਕੋਈ ਸਿੱਖ ਵਸਦਾ ਹੈ ਜਾਂ ਕਿੱਥੇ ਗੁਰਦੁਆਰਾ ਹੈ ਤਾਂ ਉਹ ਕੀਤੇ ਅਰਥਾਂ ਨੂੰ ਉੱਥੇ ਪੜ੍ਹਿਆ ਜਾਂਦਾ ਹੈ, ਸਮਝਿਆ ਜਾਂਦਾ ਹੈ ਕਿ ਸਾਨੂੰ ਜੋ ਗੁਰੂ ਦੀ ਦੇਹ ਹੈ ਉਹ ਸਾਨੂੰ ਕੀ ਦੱਸਣਾ ਚਾਹੁੰਦੀ ਹੈ। ਸੋ ਉਹਨਾਂ ਦੇ ਉਹ ਇੱਕੋ ਇੱਕ ਸਨ ਉਦੋਂ ਜਦੋਂ ਇਹ ਯਾਨੀ ਬਣਾਏ ਅੰਮ੍ਰਿਤ ਛਕਾਇਆ ਗਿਆ। ਪਰ ਭਾਜੀ ਮੇਰਾ ਖਿਆਲ ਹੈ ਸਿੱਖੀ ਕੇਸਾਂ ਸਵਾਸਾਂ ਨਾਲ ਜਿਹਨੂੰ ਨਿਭਾਉਣਾ ਕਹਿੰਦਾ ਸਹੀ ਮਾਇਨਿਆਂ ਵਿੱਚ ਉਹਦੇ ਤੇ ਸਾਰੇ ਉਤਰੇ ਸਨ ਜੀ। ਹਾਲ ਇਹ ਹੈ ਜੀ। ਪੜ੍ਹਾਈ ਬਾਰੇ ਥੋੜੀ ਜਿਹੀ ਮੈਂ ਜਾਣਕਾਰੀ ਲੈਣਾ ਚਾਹੂੰਗਾ ਕਿ ਉਹਨਾਂ ਦਾ ਜੇ ਆਪਾਂ ਮੈਂ ਜਿੰਨਾ ਕੁ ਮੈਨੂੰ ਹੈਗਾ ਕਿ ਉਹਨਾਂ ਨੇ ਗੁਰੂ ਨਾਨਕ ਕਾਲਜ ਗੁਜਰਾਂਵਾਲਾ ਤੋਂ ਲੈ ਕੇ ਗੌਰਮੈਂਟ ਕਾਲਜ ਲਾਹੌਰ ਤੱਕ ਜਿਹੜੀ ਹੈ ਸਿੱਖਿਆ ਲਈ, ਪਰ ਸਿੱਖਿਆ ਲੈਣ ਤੋਂ ਬਾਅਦ ਉਹਨਾਂ ਦਾ ਸਿੱਖ ਜਿਹੜਾ ਆਪਣੇ ਕਲਚਰ ਦੇ ਵਿੱਚ ਜਾਂ ਸਿੱਖ ਦੀ ਜਿਹੜੀ ਆਪਣੀ ਧਾਰਮਿਕ ਜਿਹੜੀ ਲਿਖਤਾਂ ਸੀਗਾ ਉਹਨਾਂ 'ਚ ਕੀ ਯੋਗਦਾਨ ਸੀ? ਜੀ ਬਿਲਕੁਲ। ਦਰਅਸਲ ਭਾਜੀ ਉਹਨਾਂ ਦੀ ਇੱਕ ਪ੍ਰਤ ਲਗਨ ਜਿਹਨੂੰ ਕਿਹਾ ਜਾ ਸਕਦਾ ਉਹ ਸੀ ਨਿਰੰਤਰ ਸਿਰੜ ਦੀ ਇੱਕ ਅਦਭੁਤ ਮਿਸਾਲ ਗਿਣਦੀ ਹਾਂ ਮੈਂ ਉਹਨਾਂ ਦੀ ਜ਼ਿੰਦਗੀ, ਕਿਉਂਕਿ ਉਹਨਾਂ ਦੀ ਜ਼ਿੰਦਗੀ ਵਿੱਚ ਜ਼ਾਇਆ ਕਰਨ ਲਈ ਵਕਤ ਕਦੇ ਸੀ ਨਹੀਂ। ਉਹਨਾਂ ਦੀ ਜੀਵਨੀ ਪੜ੍ਹ ਸਕਦੇ ਹੋ ਉਹਨਾਂ ਦੀ, ਕਿਉਂਕਿ ਤੁਸੀਂ ਸ਼ਾਇਦ ਉਹ ਗੋਦ ਨਹੀਂ ਮਾਣੀ ਜੋ ਮੈਂ ਮਾਣੀ ਹੋਈ ਹੈ, ਜੋ ਮੈਂ ਹੱਥ ਉਹਨਾਂ ਦਾ ਯਾਨੀ ਲਿਆ ਤੇ ਜੋ ਮੈਂ ਨਾਨੀ ਦੇ ਗੋਦ 'ਚ ਬਹਿ ਕੇ ਉਹਨਾਂ ਦੇ ਕੰਧਾੜੇ ਚੜ੍ਹ ਕੇ ਜੋ ਮੈਂ ਉਹਨਾਂ ਦੀਆਂ ਤਕਲੀਫਾਂ ਸੁਣੀਆਂ, ਜਿਵੇਂ ਦਾ ਮੇਰਾ ਜੋ ਪਰਸਨਲ ਐਕਸਪੀਰੀਅੰਸ ਹੈ ਸ਼ਾਇਦ ਉਹਨਾਂ ਕਿਸੇ ਦੇ ਕੋਲ ਨਹੀਂ ਹੋਣਾ, ਕਿਉਂਕਿ ਇੰਨੀ ਨੇੜਿਓਂ ਤੱਕਣ ਦਾ ਬਹੁਤ ਇੱਕ ਵੱਖ ਸਰੂਰ ਹੁੰਦਾ ਜੇ। ਜਿਵੇਂ ਜ਼ਿਕਰ ਕੀਤਾ ਕਿ ਇਹਨਾਂ ਦੀ ਪੜ੍ਹਾਈ ਦੇ ਵਿੱਚ ਮੈਂ ਉਹਦੀਆਂ ਥੋੜ੍ਹੀਆਂ ਜਿਹੀਆਂ ਔਖਿਆਈਆਂ ਸਾਂਝੀਆਂ ਕਰਨਾ ਚਾਹੁੰਦੀ ਹਾਂ, ਕਿਉਂਕਿ ਇਹ ਚੀਜ਼ਾਂ ਕੋਈ ਵੀ ਇੰਟਰਨੈਟ ਤੇ ਪੜ੍ਹ ਕੇ ਦੇਖ ਸਕਦਾ ਹੈ ਕਿ ਇਸ ਤਰ੍ਹਾਂ ਪੜ੍ਹਾਈ ਕੀਤੀ, ਏਦਾਂ ਹੋ ਗਿਆ ਉਹਨਾਂ ਦਾ। ਪਰ ਕਿਹੜੀ ਔਖਿਆਈ ਵਿੱਚ ਕੀਤੀ ਮੈਂ ਉਹਦਾ ਥੋੜਾ ਜਿਹਾ ਦੱਸਣਾ ਚਾਹੁੰਦੀ ਹਾਂ ਕਿ ਕਿਸ ਤਰੀਕੇ ਉਹ ਆਪ ਸਾਨੂੰ, ਜਿਵੇਂ ਜ਼ਿਕਰ ਕਰਦੇ ਹੁੰਦੇ ਸਨ, ਉਦੋਂ ਸੀ ਸਨ 1910 ਦਾ ਲਗਭਗ ਜੂਨ ਦੇ ਨੇੜੇ ਤੇੜੇ ਦੇ ਮਹੀਨੇ ਦਾ ਸਮਾਂ ਸੀ। ਉਹਨਾਂ ਨੂੰ ਜਦੋਂ ਏਦਾਂ, ਕਿਉਂਕਿ ਪੜ੍ਹਾਈ ਜਿਵੇਂ ਉਹਨਾਂ ਨੂੰ ਸ਼ੌਕ ਸੀ ਪੜ੍ਹਨ ਦਾ ਵੀ, ਤੇ ਗਰੀਬੀ ਜਿਵੇਂ ਮੈਂ ਦੱਸ ਹੀ ਚੁੱਕੀ ਹਾਂ ਅੱਤ ਦੀ ਸੀ, ਤੇ ਉਦੋਂ ਉਹਨਾਂ ਨੂੰ ਸੀ ਵੀ ਮੈਂ ਨਾਲ ਨਾਲ ਕੁਛ ਕੰਮ ਕਰਦਿਆਂ ਪੜ੍ਹ ਲਵਾਂ। ਜਿਵੇਂ ਆਪਾਂ ਤਾਂ ਇਹੀ ਕਹਾਂਗੇ ਕਿ ਜੋ ਅਮਰੀਕਨ ਕਲਚਰ ਅੱਜ ਕਹਿੰਦੇ ਕਿ ਕੰਮ ਕਰਕੇ ਪੜ੍ਹੋ, ਉਦੋਂ ਸਾਡੇ ਬੜੇ ਭਾਰਤ ਕਰੀਏ ਤੇ ਪੰਜਾਬ ਦੇ ਵਿਦਵਾਨ ਸੀ, ਉਹਨਾਂ ਨੇ ਵੀ ਲੈਂਪ ਪੋਸਟਾਂ ਥੱਲੇ ਬਹਿ ਕੇ ਤੇ ਜਿਹੜੀਆਂ ਮੋਮਬੱਤੀਆਂ ਥੱਲੇ ਜਾਂ ਦੀਵਿਆਂ ਦੇ ਥੱਲੇ ਬੈਠ ਕੇ ਵੀ ਦੀਵੇ ਦੀ ਲੋਅ ਦੇ ਵਿੱਚ ਵੀ ਪੜ੍ਹਾਈ ਕੀਤੀ ਹੈ। ਬਿਲਕੁਲ ਭਾਜੀ, ਉਦੋਂ ਡਾਕਖਾਨੇ ਦੇ ਮਹਿਕਮੇ ਵਿੱਚ ਇਹਨਾਂ ਨੇ ਦਰਖਾਸਤ ਭੇਜੀ ਸੀ ਤੇ ਲਈ ਸੱਦਾ ਆ ਗਿਆ ਵੀ ਆ ਜਾਓ ਜੀ, ਤੁਸੀਂ ਦਿਓ ਤੇ ਕਰ ਲੱਗੋ ਕੰਮ। ਉਦੋਂ ਸਿਆਲਕੋਟ ਜਿੱਥੇ ਜਾਣਾ ਸੀ ਇਹਨਾਂ ਨੇ, ਇਹਨਾਂ ਦੇ ਪਿੰਡ ਤੋਂ 40 ਮੀਲ ਦੂਰ ਸੀ। ਅੱਛਾ ਜੀ। ਮੀਲ ਭਾਜੀ ਤੁਸੀਂ ਸਮਝ 60 ਕਿਲੋਮੀਟਰ ਬਣ ਗਏ ਜੀ। ਉਦੋਂ ਜਿਹੜਾ ਅੱਧ ਵਿੱਚ ਸੀ ਜਿਹੜਾ ਇਹਨਾਂ ਦੇ ਪਸਰੂਰ, ਜਿੱਥੇ ਇਹ 4 ਸਾਲ ਪਹਿਲਾਂ ਪੜ੍ਹੇ ਸੀ ਜੀ, ਉਦੋਂ ਇਹ 40 ਮੀਲ ਉਸ ਸਮੇਂ ਇਹਨਾਂ ਕੋਲ ਹੋਰ ਕੋਈ ਜ਼ਰੀਆ ਹੀ ਨਹੀਂ ਸੀ ਕਿ ਸਿਵਾਏ ਦੇ ਕਿ ਪੈਦਲ ਤੁਰ ਕੇ ਜਾਂਦੇ। ਭਾਜੀ ਤੁਸੀਂ ਮਈ ਜੂਨ ਦਾ ਮਹੀਨਾ ਵੇਖ ਲਓ ਤੇ ਪੈਦਲ ਜਾਣਾ, ਉਹ ਵੀ ਡਾਕਖਾਨੇ ਦਾ ਕੰਮ ਸਿੱਖਣ, ਉਹ ਵੀ ਸਿਰਫ ਇਸ ਲਈ ਕਿ ਰੋਟੀ ਖਾਣ ਲਈ ਮੈਂ ਇੱਕ ਵੇਲੇ ਦੀ ਰੋਟੀ ਮਿਲ ਰਹੀ ਹੈ ਤੇ ਮੈਂ ਉਹ ਰੋਟੀ ਇੱਕ ਵੇਲੇ ਦੀ ਦਾ ਵੀ ਜੁਗਾੜ ਕਰੀ ਰੱਖਾਂ। ਤੇ ਉਦੋਂ ਉਹਨਾਂ ਦੇ ਆਪਣੇ ਸਕੇ ਭਰਾ ਦੁਕਾਨ ਕਰਦੇ ਸਨ, ਪਰ ਹੱਟੀ ਵਿੱਚ ਉਹਨਾਂ ਦੇ ਕੁਝ ਵੀ ਕੈਸ਼ ਨਹੀਂ ਸੀ, ਹੈ ਹੀ ਕੁਛ ਨਹੀਂ ਸੀ। ਤੇ ਉਹ ਜੋ ਆਪ ਸ਼ਬਦ ਵਰਤਦੇ ਸਨ, ਮੈਂ ਉਹੀ ਸ਼ਬਦ ਵਰਤਣਾ ਚਾਹੁੰਦੀ ਹਾਂ, ਕਿਉਂਕਿ ਅਸੀਂ ਬੜੀ ਵਾਰ ਇਹ ਗੱਲ ਸੁਣੀ ਆ ਉਹਨਾਂ ਦੇ ਮੰਜੇ ਦੇ ਕੋਨੇ ਤੇ ਬੈਠਿਆਂ, ਤੇ ਖਰੇ ਕਿੰਨੀ ਵਾਰ ਅਸੀਂ ਰੋਏ। ਮੈਂ ਉਹੀ ਸਾਂਝ ਗੰਢਣਾ ਚਾਹੁੰਦੀ ਹਾਂ ਸਾਰੇ ਸਰੋਤਿਆਂ ਨਾਲ ਕਿ ਉਹ ਆਪ ਬੋਲਦੇ ਸਨ, ਭਾਈ ਅਸੀਂ ਸਾਂ ਅੱਤ ਦੇ ਗਰੀਬ ਤੇ ਬੱਚਿਓ ਤੁਸੀਂ ਤਾਂ ਰਾਜਯੋਗ ਚ ਪੈਦਾ ਹੋਏ ਹੋ, ਤੇ ਮੇਰਾ ਨਾ ਉਦੋਂ ਬਹੁਤ ਸਾਰੇ ਸੌਖੇ ਘਰਾਂ ਚ ਗਈ ਸੀ, ਪਰ ਜਾਣਿਓ ਇੱਕ ਨੇ ਮਦਦ ਨਹੀਂ ਕੀਤੀ। ਕੌਣ ਕਰਦਾ? ਉਹਨਾਂ ਨੂੰ ਸੀ ਕਿ ਕਿਹੜਾ ਉਧਾਰ ਵਾਪਸ ਦੇਣ ਜੋਗੀ ਹਾਲਤ, ਤੇ ਉਹਨਾਂ ਨੇ ਅਖੀਰ ਜਿਸ ਤੋਂ ਉਧਾਰ ਦਾ 2 ਰੁਪਏ ਦਾ ਤਰਲਾ ਮਾਰਿਆ, ਉਹ ਕਹਿੰਦੇ ਸਨ ਸਾਡੇ ਘਰ ਦਾ ਨਾ ਕੂੜਾ ਚੁੱਕਦੀ ਸੀ, ਤੇ ਉਹ ਬੀਬੀ ਭਾਨੀ ਦਾ ਨਾਂ ਨਾ, ਉਹਦਾ ਨਾਮ ਸੀ ਭਾਨੀ, ਤੇ ਮੇਰੀਆਂ ਪੁਸ਼ਤਾਂ ਨੇ ਨਾਮ ਭੁਲਾਣਾ ਨਹੀਂ, ਉਹਦੀ ਯਾਨੀ ਉਹਦੀਆਂ ਪੁਸ਼ਤਾਂ ਦੇ ਅਸੀਂ ਰਿਣੀ ਆ।
ਉਹਨੇ ਮਨ ਵਿੱਚ, ਉਹਦੇ ਮਨ 'ਚ ਰੱਬ ਨੇ ਮਿਹਰ ਪਾਈ ਸੀ, ਉਹਨੇ ਆਪਣੇ ਘਰੋਂ 2 ਰੁਪਏ ਲਿਆ ਕੇ ਦਿੱਤੇ ਸੀ, ਜਿਸ ਨਾਲ ਮੇਰੀ ਜੁੱਤੀ ਟੁੱਟੀ ਹੋਈ ਸੀ, ਮੈਂ ਉਹ ਨਵੀਂ ਬਣਵਾ ਲਈ ਸੀ। ਮੈਂ ਉਦੋਂ ਕਹਿੰਦੇ ਤੁਰਿਆ ਸਾਂ, ਨਵੀਂ ਜੁੱਤੀ ਪਾਈ ਸੀ ਤੇ ਕੁਝ ਮੀਲ ਹੀ ਅਜੇ ਤੁਰਿਆ ਸਾਂ, ਪੈਰੀ ਛਾਲੇ ਪੈ ਗਏ। ਫਿਰ ਨਵੀਂ ਲਾ ਕੇ ਕਹਿੰਦੇ ਮੈਂ ਕੱਛ 'ਚ ਮਾਰ ਲਈ ਤੇ ਮੈਂ ਪੁਰਾਣੀ ਪਾ ਲਈ, ਤੇ ਪੁਰਾਣੀ ਦਾ ਥੱਲਾ ਨਹੀਂ ਸੀ ਜੀ, ਅੱਡੀਆਂ ਤੇ ਵੀ ਛਾਲੇ ਪੈ ਗਏ, ਉਹ ਵੀ ਲਾ ਲਈ। ਤੇ ਫਿਰ ਉਹਨਾਂ ਦੀਆਂ ਅੱਖਾਂ ਭਰ ਜਾਂਦੀਆਂ ਸਨ, ਕਹਿੰਦੇ ਸਨ ਮੈਂ ਨੰਗੇ ਪੈਰ ਤੁਰਿਆ ਸਾਂ ਬੱਚਿਓ, ਤੇ ਪੈਰਾਂ ਦੇ ਹੇਠਲੇ ਛਾਲੇ ਪੀੜ ਕਰਦੇ ਫਟ ਗਏ ਸਨ, ਰਿਸ ਗਏ ਸਨ, ਤੁਰਿਆ ਨਹੀਂ ਸੀ ਜਾਂਦਾ। ਤੇ ਅਖੀਰਲੇ 2.5-3 ਮੀਲ ਮੈਂ ਰੋ ਰੋ ਕੇ ਰੱਬ ਦਾ ਨਾਂ ਲੈ ਕੇ ਮੰਦੇ ਹਾਲ 'ਚ ਮੁਕਾਏ ਸਨ। ਤੇ ਉਸ ਦਿਨ ਸਮਝ ਆਈ ਸੀ ਅਸੀਂ ਗਰੀਬ ਆ, ਤੇ ਗਰੀਬ ਕਿਵੇਂ ਕੱਖਾਂ 'ਚ ਰੁਲਦੇ ਨੇ, ਇਹ ਮੈਂ ਉਦੋਂ ਸਮਝ ਸਕਿਆ ਸਾਂ। ਤੇ ਇਸੇ ਲਈ ਭਾਜੀ ਅੱਜ ਦੇ ਦਿਨ ਵੀ ਜੇ ਅੰਮ੍ਰਿਤਸਰ ਜਾਈਏ, ਉਹਨਾਂ ਦਾ ਨਾਂ ਲਈਏ, 70 ਟੱਬਰ ਤਾਂ ਮੈਂ ਮਿਲ ਚੁੱਕੀ ਹਾਂ ਜਿਹੜੇ ਕਹਿੰਦੇ ਸਨ ਕਿ ਸਾਡੇ ਘਰਾਂ ਵਿੱਚ ਰਾਸ਼ਨ ਨਹੀਂ ਸੀ ਹੁੰਦਾ ਤੇ ਸਾਡੇ ਉਹ ਪੈਦਲ ਤੁਰਦੇ ਸੈਰ ਜਾਂਦੇ, ਸਾਨੂੰ ਖਾਣ ਲਈ ਦੇ ਜਾਂਦੇ ਸਨ। ਤੇ ਅੱਜ ਅਸੀਂ ਜੋ ਕੁਝ ਵੀ ਹਾਂ, ਸਿਰਫ ਪ੍ਰੋਫੈਸਰ ਸਾਹਿਬ ਸਿੰਘ ਸਦਕਾ, ਵੀ ਉਹਨਾਂ ਦੇ ਗਰੀਬੀ ਨੇ ਆਪ ਹੰਡਾਉਂਦਿਆਂ ਕਿਸ ਤਰੀਕੇ ਬਾਅਦ ਵਿੱਚ, ਜੇ ਉਹ 70 ਘਰ ਤਾਂ ਮੈਂ ਜਾਣਦੀ ਹਾਂ, ਪਰ ਉਸ ਤੋਂ ਇਲਾਵਾ ਖੌਰੇ ਕਿੰਨੀਆਂ ਜ਼ਿੰਦਗੀਆਂ ਉਹਨਾਂ ਨੇ ਤਬਦੀਲ ਕਰ ਦਿੱਤੀਆਂ ਹੋਣੀਆਂ, ਸਿਰਫ ਇਸ ਕਰਕੇ ਕਿ ਕਿਸੇ ਹੋਰ ਗਰੀਬ ਦੀ ਅਣਖ ਨਾ ਦੁਬਾਰਾ ਉਸ ਤੇ ਹੱਲਾ ਹੋਵੇ, ਉਹ ਜੀ ਸਕੇ। ਭਾਜੀ ਇਸ ਹਾਲ ਦੇ ਬਾਅਦ ਜੋ ਅਸਲ ਗੱਲ ਮੈਂ ਹੁਣ ਕਰਨਾ ਚਾਹੁੰਦੀ ਹਾਂ, ਬਿਲਕੁਲ ਮੈਂ ਸਰੋਤਿਆਂ ਨੂੰ ਤੁਹਾਡੇ ਭੈਣ ਜੀ ਅਗਲੇ ਗੱਲ ਕਰਨ ਤੋਂ ਦੱਸਦੇ ਹਾਂ ਕਿ ਇਸ ਵਕਤ ਸਾਡੇ ਨਾਲ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਦੇ ਵਿੱਚ ਡਾਕਟਰ ਹਰਸ਼ਿੰਦਰ ਕੌਰ ਜੀ ਹੋਰੀ ਲਾਈਵ ਨੇ। ਚਰਚਾ ਬੇਸ਼ੱਕ ਉਹਨਾਂ ਦੇ ਖੁਦ ਦੇ ਨਾਨਾ ਜੀ ਨੇ, ਪਰ ਪੰਜਾਬੀ ਅਤੇ ਸਿੱਖ ਇਤਿਹਾਸ ਨੂੰ ਜੋ ਰੂਪ ਰੇਖਾ ਉਹਨਾਂ ਨੇ ਉਸ ਸਮੇਂ ਦਿੱਤੀ ਹੈ ਜਦੋਂ ਕਲਮ ਘੜਨੀ ਬੜੀ ਔਖੀ ਹੁੰਦੀ ਸੀ, ਬਹੁਤ ਕੁਝ ਉਹਨਾਂ ਨੇ ਟਰਾਂਸਲੇਟ ਕੀਤਾ। ਉਸ ਸਮੇਂ ਦੇ ਵਿੱਚ ਇੱਕ ਸਿੱਖ ਇਤਿਹਾਸਕਾਰ ਵੱਲੋਂ, ਇੱਕ ਸਿੱਖ ਸਕਾਲਰ ਵੱਲੋਂ ਗੁਰਮੁਖੀ ਤੋਂ ਇੰਗਲਿਸ਼ ਅਤੇ ਹਿੰਦੀ ਤੇ ਸੰਸਕ੍ਰਿਤ ਦੇ ਵਿੱਚ ਟਰਾਂਸਲੇਟ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ। ਤੇ ਲੂੰ ਕੰਡਾ ਖੜਾ ਹੋ ਰਿਹਾ ਇਸ ਵਕਤ ਗੱਲਾਂ ਕਰਦੇ ਕਿ ਸਾਡੇ ਕੌਮ ਦੇ ਉਹ ਮਹਾਨ ਯੋਧੇ ਜਿਨ੍ਹਾਂ ਨੇ ਗਰੀਬੀ ਦੇ ਦਾਅਵੇ ਦੇ ਵਿੱਚੋਂ ਉੱਠ ਕੇ ਕੌਮ ਦੀ ਇੰਨੀ ਸੇਵਾ ਕੀਤੀ ਹੈ, ਅੱਜ ਤਾਂ ਸਾਡਾ ਕਈ ਵਾਰੀ ਸ਼ਰਮ ਨਾਲ ਸਿਰ ਝੁਕ ਜਾਂਦਾ। ਸਭ ਕੁਝ ਹੁੰਦਿਆਂ ਹੋਇਆਂ ਵੀ ਅਸੀਂ ਕੌਮ ਦੇ ਗੋਲਕ ਨੂੰ ਚਿੱਚੜਾ ਵਾਂਗੂ ਚਿੰਬੜੇ ਪਏ ਹਾਂ, ਘੁਣ ਵਾਂਗੂ ਖਾਈ ਜਾ ਰਹੇ ਹਾਂ, ਪੱਲਿਓਂ ਕੁਛ ਨਹੀਂ ਦਿੰਦੇ। ਹਰ ਪਾਸੇ ਸੋਚਦੇ ਹਾਂ ਕਿ ਦੁੱਧ ਵੀ ਜੇਕਰ ਗੁਰੂ ਘਰ ਤੋਂ ਆ ਜੇ, ਪ੍ਰਸ਼ਾਦਾ ਵੀ ਸ਼ਾਮ ਦਾ ਗੁਰੂ ਘਰ ਤੋਂ ਆ ਜੇ, ਤਾਂ ਇੱਥੋਂ ਤੱਕ ਤਾਂ ਮੈਂ ਕਈ ਉਹ ਵੀ ਹੈਰਾਨ ਹੁੰਦਾ ਜਦੋਂ ਸਰਦੇ ਪੁੱਗਦੇ, ਜਦੋਂ ਕੰਮ ਕਾਜ ਲਈ ਜਾਂਦੇ ਆ, ਚੱਲ 4 ਪੈਸੇ ਬਚ ਜਾਣਗੇ, ਲੰਗਰ ਹੀ ਗੁਰੂ ਘਰ ਤੋਂ ਖਾ ਆਈਏ। ਇਹ ਲੰਗਰ ਗੁਰੂ ਘਰ ਦਾ ਜਿਹੜਾ ਸੀਗਾ ਇਹ ਗਰੀਬਾਂ ਲਈ ਬਣਿਆ ਸੀ, ਗੁਰੂ ਕੀ ਗੋਲਕ ਗਰੀਬ ਦਾ ਮੂੰਹ। ਸੋ ਅੱਜ ਜਿਹੜੀ ਸਥਿਤੀ ਹੈ ਉਹ ਨਹੀਂ ਰਹੀ, ਪਰ ਕਿਤੇ ਨਾ ਕਿਤੇ ਜੇਕਰ ਪ੍ਰੋਫੈਸਰ ਸਾਹਿਬ ਸਿੰਘ ਵਰਗੇ ਜਿਨ੍ਹਾਂ ਨੇ ਉਦੋਂ ਸਿੱਖਿਆ ਦਾ ਚਾਨਣ ਬਣੇ ਨੇ, ਸਿੱਖਿਆ ਵੰਡੀ ਹੈ, ਤਾਂ ਮੈਂ ਚਾਹੁੰਦਾ ਕਿ ਅੱਜ ਵੀ ਸਾਨੂੰ ਉਹਨਾਂ ਤੋਂ ਸਿੱਖ ਲੈ ਚਾਹੀਦੀ ਹੈ। ਬਹੁਤ ਇੰਪੋਰਟੈਂਟ ਗੱਲ ਹੈਗੀ ਹੈ। ਸੋ ਇਹੋ ਜਿਹੇ ਸਾਡੇ ਮਹਾਨ ਜਿਹੜੇ ਸਿੱਖ ਇਤਿਹਾਸਕਾਰ, ਮਹਾਨ ਸਿੱਖ ਯੋਧੇ ਜਿਹੜੇ ਨੇ, ਉਹਨਾਂ ਦੇ ਨਾਲ ਗੱਲਬਾਤ ਜਾਰੀ ਰਹੇਗੀ। ਸੈਕਰਾਮੈਂਟੋ ਤੋਂ ਸਰਬਜੀਤ ਸਿੰਘ ਜੀ ਸਾਡੇ ਨਾਲ ਨੇ। ਸਰਬਜੀਤ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ ਜੀ। ਯਾਦਾਂ ਤਾਜ਼ਾ ਹੋਈਆਂ, ਮੈਂ ਉਹਨਾਂ ਦੀ ਜੀਵਨੀ ਪੜ੍ਹੀ ਸੀਗੀ, ਬੜੀ ਦੇਰ ਹੋ ਗਈ ਆ ਜੀ। ਤੇ ਭੈਣ ਜੀ ਨੇ ਤਾਂ ਚਲੋ ਇਹਨਾਂ ਦਾ ਪਰਿਵਾਰਕ ਨੇੜਤਾ ਵੀ ਤੇ ਬਾਕੀ ਇਹਨਾਂ ਦੀ ਬਿਆਨ ਕਰਨ ਦੀ ਜਿਹੜੀ ਕਲਾ ਹੈਗੀ ਆ, ਉਹਦੇ ਨਾਲ ਬਹੁਤ ਮੈਂ ਪ੍ਰਭਾਵਿਤ ਹੋਇਆ ਜੀ। ਅੱਜ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਸਮਝਣ ਦੇ ਸਮਰੱਥ ਹੋਏ ਆ ਤੇ ਇਹ ਪ੍ਰੋਫੈਸਰ ਸਾਹਿਬ ਸਿੰਘ ਦੀ ਦੇਣ ਹੈ, ਨਹੀਂ ਤੇ ਫਰੀਦਕੋਟ ਦੇ ਟੀਕੇ ਜਾਂ ਹੋਰ ਜਿਹੜੇ ਸੀ ਉਹ ਤਾਂ ਸਾਰੇ ਬਾਹਮਣ ਬਾਦਲਾਂ ਭਰੇ ਪਏ ਆ। ਅੱਛਾ ਜੀ। ਤੇ ਮੈਂ ਇੱਥੇ ਇਹਨਾਂ ਦੀ ਗਰੀਬੀ ਦੀ ਜ਼ਿਕਰ ਕੀਤਾ, ਮੈਂ ਇੱਕੋ ਹੀ ਤੁਹਾਡੇ ਨਾਲ ਸਾਂਝਾ ਕਰਨਾ, ਸ਼ਾਇਦ ਭੈਣ ਜੀ ਉਸ ਗੱਲ ਨੂੰ ਕਰਨ ਜਾਂ ਨਾ ਕਰਨ ਜੀ। ਅੱਜ ਅਸੀਂ ਦਰਵੇਸ਼, ਸਾਹਿਤਕਾਰ, ਇਤਿਹਾਸਕਾਰ, ਸਭ ਕਾਸੇ ਦਾ ਦਰਵੇਸ਼ ਭਾਈ ਵੀਰ ਸਿੰਘ ਨੂੰ ਮੰਨਦੇ ਆ ਜੀ। ਔਰ ਜੋ ਕੁਛ ਉਹਨੇ ਸਾਹਿਤਕਾਰਾਂ ਦੇ ਨਾਲ, ਲੇਖਕਾਂ ਦੇ ਨਾਲ ਕੀਤਾ ਆ, ਉਹ ਪਾਸਾ ਅਸੀਂ ਭੁੱਲ ਚੁੱਕੇ ਆ ਜੀ। ਔਰ ਉਹੀ ਗੱਲ ਆ ਪ੍ਰੋਫੈਸਰ ਸਾਹਿਬ ਸਿੰਘ ਦੀ ਬਿਆਨ ਕਰਨਿਆ, ਜਿਹੜੀ ਉਹਨਾਂ ਨੂੰ ਕਿਸੇ ਹੋਰ ਸਿਆਣੇ ਨੇ ਉਹਨਾਂ ਦੇ ਕੰਨ 'ਚ ਗੱਲ ਪਾਤੀ ਸੀ ਵੀ ਆਪਣੀ ਕਿਤਾਬ ਵੀਰ ਸਿੰਘ ਤੋਂ ਬਚਾ ਕੇ ਰੱਖੀ, ਤਦੇ ਹੀ ਉਹ ਪ੍ਰੋਫੈਸਰ ਸਾਹਿਬ ਸਿੰਘ ਦੇ ਨਾਂ ਦੇ ਨਾਲ ਅੱਜ ਦੁਨੀਆ ਜਾਣਦੀ ਆ ਵੀ ਉਹਨੂੰ ਗੁਰਬਾਣੀ ਵਿਆਕਰਨ ਲਿਖੀ ਸੀ, ਨਹੀਂ ਉਹ ਵੀ ਜਾਂਦੀ ਲੱਗਣੀ ਸੀ। ਧੰਨਵਾਦ ਜੀ। ਮਿਹਰਬਾਨੀ ਜੀ ਸਰਬਜੀਤ ਜੀ। ਬਹੁਤ ਵੈਸੇ ਵੀ ਸਾਡੀ ਬਦਕਿਸਮਤੀ ਹੈ ਕਿ ਜਿਵੇਂ ਮੈਂ ਕਹਿ ਸਕਦਾ ਕਿ
ਇਸ ਚੀਜ਼ ਨੂੰ ਜਿਹੜਾ ਵੱਡੀਆਂ ਮੱਛੀਆਂ ਜਿਹੜੀਆਂ ਜਿਵੇਂ ਆਹੀਂ ਕਹਿ ਦਿੰਦੇ ਆ ਖਾ ਜਾਂਦੀਆਂ ਨੇ। ਖਾਲਸਾ ਜੀ ਸਤਿ ਸ਼੍ਰੀ ਅਕਾਲ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਜੀ ਫਤਿਹ ਜੀ, ਗੁਰਫਤਿਹ ਜੀ। ਕੌਮ ਦਾ ਮਾਣ ਡਾਕਟਰ ਬੀਬੀ ਹਰਚੰਦਰ ਕੌਰ ਜੀ, ਤੁਸੀਂ ਤਾਂ ਆਪ ਇਨਸਾਈਕਲੋਪੀਡੀਆ ਹੋ ਔਰ ਜੋ ਕੁਛ ਸਤਿਕਾਰਯੋਗ ਆਪਣੇ ਨਾਨਾ ਜੀ ਸਾਹਿਬ ਸਿੰਘ ਹੋਣਾ ਬਾਰੇ ਵਿਸਤਾਰ ਦੱਸ ਰਹੇ ਹੋ। ਸਾਡਾ ਮਾਣ ਨਾਲ ਸਿਰ ਉੱਚਾ ਹੁੰਦਾ ਹੈ। ਕਿਤੇ ਹੁਣ ਦਾ ਨੌਜਵਾਨ ਇਹ ਤੁਹਾਨੂੰ ਸੁਣ ਲਵੇ ਤੇ ਤੁਹਾਡੇ ਕੋਲ ਜੋ ਇੱਕ ਇੱਕ ਅੱਖਰ ਜਿਹੜਾ ਹੈ ਉਹਨੂੰ ਆਪਣੇ ਦਿਲ ਤੇ ਦਿਮਾਗ ਵਿੱਚ ਬਿਠਾ ਕੇ ਉਹਦੇ ਤੇ ਅਮਲ ਕਰ ਲਵੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਹੋ ਸਕਦੇ ਹਾਂ। ਅਸੀਂ ਕਿਵੇਂ ਜੀਣਾ ਹੈ, ਸਾਡਾ ਡਿਸਪਲਿਨ ਕੀ ਹੋਣਾ ਚਾਹੀਦਾ, ਸਾਡਾ ਅਹਿਦ ਕੀ ਹੈ, ਸਾਨੂੰ ਕਾਹਦੇ ਵਾਸਤੇ ਆਪਣਾ ਜੀਵਨ ਜਿਹੜਾ ਬਤੀਤ ਕਰਨਾ ਚਾਹੀਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਦਾਨੇਵਾਲੀਆ ਸਾਹਿਬ ਜਿਹੜੇ ਤੁਹਾਨੂੰ ਲੈ ਕੇ ਆਉਂਦੇ ਆ ਇਹਨਾਂ ਦੇ ਸ਼ਾਬਾਸ਼ੇ। ਔਰ ਇਹ ਰੇਡੀਓ ਜਿਹੜਾ ਹੈ ਦੂਰ ਤੱਕ ਪਹੁੰਚਦਾ ਹੈ ਔਰ ਲੋਕਾਂ ਤੱਕ ਅਸਰ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਤੇ ਸਰਦਾਰ ਜੋਗਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 98149 ਤੇ ਆਉਣੇ ਰਹੋ ਜੀ। ਹਾਂਜੀ ਮੇਰੀ ਕਾਲ ਹੈ ਜੀ। ਹਾਂਜੀ ਹਾਂਜੀ ਤੁਹਾਡੀ ਕਾਲ ਹੈ ਜੀ, ਤੁਸੀਂ ਆਉਣੇ ਰਹੋ। ਸੌਰੀ ਮੈਂ ਗਲਤੀ ਨਾਲ ਨਾ ਕੀ ਕੌਣ ਸਾਹਿਬ ਬੋਲ ਰਹੇ? ਧੰਨਵਾਦ ਸਰ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਜਵਾ ਸਾਹਿਬ ਹੀ ਹੋ ਨਾ? ਜੀ 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 ਹਾਂਜੀ ਹਾਂਜੀ ਹਾਂਜੀ। ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਪਈ ਹੈ ਤੇ ਬੜਾ ਮੈਂ ਮਾਣ ਪ੍ਰਾਪਤ ਕਰਦਾ ਪਿਆ ਕਿ ਅੱਜ ਉਸ ਮਹਾਨ ਵਿਦਵਾਨ ਦੀ ਜੀ ਤੇ ਗੱਲ ਹੋ ਰਹੀ ਹੈ ਸਾਡੇ ਸਾਹਮਣੇ ਤੇ ਉਹਨਾਂ ਦੀ ਜੀਵਨ ਤੇ ਝਾਤ ਪਵਾ ਰਹੇ ਨੇ ਸਾਨੂੰ ਸਾਡੇ ਭੈਣ ਜੀ ਸਿੰਦਰ ਕੌਰ ਜੀ। ਕੱਲ ਵੀ ਕਿਤੇ ਗੱਲ ਕਰਦੇ ਪਏ ਸੀ। ਮੇਰੇ ਕੋਲ ਟਾਈਮ ਜ਼ਿਆਦਾ ਮੈਂ ਇਹਨਾਂ ਦਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਂ ਮਾਣ ਹੋਇਆ ਫਖਰ ਕਰਦਾ ਇਸ ਗੱਲ ਦਾ ਕਿ ਮੈਂ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਕੀਤਾ ਹੋਇਆ ਟੀਕਾ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ 2 ਵਾਰੀ ਪੜ੍ਹਿਆ ਹੈ ਜੀ ਤੇ ਉਹਦਾ ਗਿਆਨ ਪ੍ਰਾਪਤ ਕੀਤਾ। ਫਿਰ ਮੈਂ ਸਿੱਖ ਇਤਿਹਾਸ ਭਾਗ ਪਹਿਲਾ, ਭਾਗ ਦੂਜਾ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ, ਹੋਰ ਵੀ ਜੇ ਮੈਂ ਨਾਂ ਲਵਾਂ ਤੇ ਉਹਨਾਂ ਦਾ। ਲੇਕਿਨ ਉਹਨਾਂ ਦੀ ਜਿਹੜੀ ਜਿਵੇਂ ਭੈਣ ਜੀ ਬਰੀਕੀ ਨਾਲ ਦੱਸਦੇ ਨਾ, ਜਦੋਂ ਅਸੀਂ ਦੂਸਰੇ ਹੋਰ ਵੀ ਗ੍ਰੰਥ ਲਿਖੇ ਨੇ ਪ੍ਰਿੰਸੀਪਲਾਂ ਨੇ ਤੇ ਆਪਣੇ ਵਿਦਵਾਨਾਂ ਨੇ, ਲੇਕਿਨ ਜਦੋਂ ਉਹਨਾਂ ਦਾ ਮੇਲ ਕਰਦੇ ਨਾ ਇਸ ਗੱਲ ਕਰਕੇ ਮੈਂ ਸਮਾਪਤੀ ਕਰਾਂਗਾ ਕਿ ਅਸੀਂ ਮਾਣ ਪ੍ਰਾਪਤ ਕਰਦੇ ਹਾਂ ਇਸ ਗੱਲ ਦਾ ਕਿ ਸਾਨੂੰ ਐਡਾ ਵੱਡਾ ਉਹ ਖਜ਼ਾਨਾ ਦੇ ਗਏ ਨੇ। ਜੇ ਕਿਤੇ ਸਾਨੂੰ ਉਦੋਂ ਪਤਾ ਹੁੰਦਾ, ਪਤਾ ਨਹੀਂ ਸੀ ਕਹਿੰਦਾ ਤਾਂ ਅਸੀਂ ਉਹਨਾਂ ਦਾ ਦਰਸ਼ਨ ਮੇਲਾ ਜ਼ਰੂਰ ਇੱਕ ਵਾਰੀ ਕਰਦੇ ਆ ਜੇ ਪੁਲਿਸ ਦਾ। ਤੇ ਇਹ ਗੱਲ ਹੈ ਕੱਲ ਹੀ ਨਾ ਪਰਸੋਂ ਦੀ ਗੱਲ ਹੈ ਇੱਕ ਵਿਦਵਾਨ ਤੇ ਇਹ ਗੱਲ ਭੈਣ ਜੀ ਕੱਲ ਕਰਨ ਲੱਗੇ ਅਸੀਂ ਥੋੜੀ ਜਿਹੀ ਕਰਕੇ ਗਏ ਸੀ ਜੀ ਤੇ ਆਪਣਾ ਨਾ ਉਹ ਮੈਨੂੰ ਇੱਕ ਸਾਡੇ ਬਹੁਤ ਸਿਆਣੇ ਬੰਦੇ ਆ ਕਹਿੰਦੇ ਉਹਨਾਂ ਦੀ ਵਿਆਖਿਆ ਕਰਨ ਦੀ ਵੇਖੋ ਤਰਤੀਬ ਹੈ। ਹੋਏ ਕੱਟਰ ਮੇਰੇ ਭਾਈ ਦੁਬਦਾ ਦੂਰ ਕਰੇ ਲਿਵਲਾਈ ਹਰਨਾਮੇ ਕਿ ਹੋਵੇ ਜਿਹੜੀ ਗੁਰਮੁਖ ਬੈਠੋ ਸਵਾਲ ਚਾਹੇ। ਇੱਥੇ ਜਿਹੜਾ ਹੋਏ ਅੱਖਰ ਉਹਨਾਂ ਨੇ ਪਾਇਆ ਨਾ ਇੱਥੇ ਪਾਇਆ ਈੜੀ ਨਾਲ ਜੀ। ਤੇ ਜਿਹੜਾ ਪੈਸੇ ਯਾਦ ਰੱਖੋ ਕੱਲ ਤੁਸੀਂ ਗੱਲ ਕਰ ਲਗੇ ਤੇ ਮਿਹਰਬਾਨੀ ਮੁੜ ਕੇ ਹੋਏ ਦਾ ਕਰਤ ਰਾਮਾਨੰਦ ਗਸਾਈ ਜੀ ਰਹਿੰਦਾ ਉੱਥੇ ਪਾਇਆ ਹਾਹੇ ਨੂੰ ਹੋੜਾ ਤੇ ਈੜੀ ਨੂੰ ਲਾਂ ਜੀ। ਉਹ ਮੈਨੂੰ ਸਾਡਾ ਮਹਾਨ ਵਿਦਵਾਨ ਕਹਿੰਦਾ ਹੈ ਕਿ ਸਿਆਣਾ ਬੰਦਾ ਸੀ, ਕਹਿੰਦਾ ਕਿ ਮੈਨੂੰ ਜਿਹੜੀ ਸਮਝ ਤੇ ਨਹੀਂ ਗੱਲ ਆਉਂਦੀ ਪਈ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਉੱਥੇ ਹੋਏ ਈੜੀ ਨਾਲ ਹਾਹੇ ਨਾਲ ਲਾਂ ਪਾਈ, ਉੱਥੇ ਈੜੀ ਪਾਈ। ਮੈਂ ਕਿਹਾ ਜੋ ਮੈਂ ਪੜ੍ਹਿਆ ਨਾ ਉਹਨਾਂ ਦੀ ਬਹੁਤ ਇੱਕ ਤਗੜੀ ਸੋਚੀ, ਉੱਥੇ ਗੁਰਮੁਖੀ ਹੈ ਉੱਥੇ ਪੰਜਾਬੀ ਹੈ, ਅਰਥ ਇੱਕੋ ਹੀ ਹੈ। ਬਸ ਇੰਨੀ ਗੱਲ ਹੈ। ਮਤਲਬ ਐਸੀ ਤਰੀਕ ਨਾਲ ਸ਼ਬਦਾਂ ਦਾ ਵਜ਼ਨ ਪੂਰਾ ਕਰਕੇ ਉਹਨਾਂ ਨੇ ਗੁਰਬਾਣੀ ਦੇ ਲਫ਼ਜ਼ਾਂ ਦੀ ਵੰਡ ਕੀਤੀ ਜਿਹੜੀ ਬਹੁਤ ਸਖੈਲ ਸਮਝ ਵਿੱਚ ਆ ਜਾਂਦੀ ਹੈ। ਅਸੀਂ ਉਹਨਾਂ ਨੂੰ ਸੀਸ ਝੁਕਾਉਂਦੇ ਹਾਂ, ਹੱਥ ਜੋੜ ਕੇ ਪ੍ਰਣਾਮ ਕਰਦੇ ਹਾਂ। ਸਾਨੂੰ ਏਡਾ ਵੱਡਾ ਉਹ ਦਾਤ ਦੇ ਗਏ, ਖਜ਼ਾਨਾ ਦੇ ਗਏ। ਮਿਹਰਬਾਨੀ। ਧੰਨਵਾਦ ਜੀ, ਧੰਨਵਾਦ ਬਾਜਵਾ ਸਾਹਿਬ ਤੁਹਾਡੀ। ਭੈਣ ਜੀ ਗੱਲ ਡਾਕਟਰ ਸਾਹਿਬ ਡਾਕਟਰ ਸਿੰਦਰ ਕੌਰ ਜੀ ਇਹੀ ਚੀਜ਼ ਸਾਹਮਣੇ ਉੱਭਰ ਕੇ ਆਉਂਦੀ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਵੱਲੋਂ ਮੈਂ ਜਿਵੇਂ ਸਰਬਜੀਤ ਸਿੰਘ ਸੈਕਰੋਮੈਂਟੋ ਹੋਰ ਕਹਿ ਕੇ ਗਏ ਨਹੀਂ ਕਿ ਉਹਨਾਂ ਦਾ ਐਡਾ ਵੱਡਾ ਯੋਗਦਾਨ, ਪਰ ਉੱਥੇ ਨਾਲ ਦੀ ਨਾਲ ਉਹ ਵੀ ਗੱਲ ਕਹਿ ਗਏ ਕਿ ਕਈ ਇਹੋ ਜਿਹੇ ਵੀ ਸਾਡੇ ਵਿਦਵਾਨ ਨੇ ਜਿਨ੍ਹਾਂ ਤੋਂ ਸਾਨੂੰ ਛੋਟੇ ਵਿਦਵਾਨਾਂ ਨੂੰ ਆਪਦੀਆਂ ਲਿਖਤਾਂ ਵੀ ਛਪਾਉਣੀਆਂ ਪਈਆਂ। ਗੱਲ ਉਹੀ ਗਰੀਬੀ ਦਾਅਵੇ ਦੇ ਵਿੱਚ ਕਹਿੰਦੇ ਨਾ, ਗਰੀਬ ਨੇ ਪੁੱਤ ਪਾਲਣਾ ਹੋਵੇ ਤਾਂ ਬਹੁਤ ਔਖਾ ਹੋ ਜਾਂਦਾ ਪਾਲਣਾ। ਜੀ ਭਾਜੀ ਮੈਂ ਬੜੀ ਇੰਪੋਰਟੈਂਟ ਚੀਜ਼ ਅੱਗੋਂ ਸਾਂਝੀ ਕਰਨਾ ਚਾਹੁੰਦੀ ਹਾਂ ਮੈਂ ਇਸੇ ਕਰਕੇ ਇਸ ਗੱਲ ਤੇ, ਕਿਉਂਕਿ ਬਿਲਕੁਲ ਉਹਨਾਂ ਨੇ ਸਹੀ ਕਿਹਾ, ਇੱਕ ਨਹੀਂ ਦੋ ਨਹੀਂ ਪੂਰੀ ਜ਼ਿੰਦਗੀ ਉਹਨਾਂ ਦੇ ਪਿੱਠ ਪਿੱਛੇ ਖੰਜਰ ਪਏ ਨੇ। ਪਰ ਜਿਸ ਤਰੀਕੇ ਦਾ ਧੱਕਾ ਅਖੀਰਲਾ ਜੋ ਅਸਹਿ, ਮੈਂ ਉਹ ਵੀ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਇਸ ਤਰੀਕੇ ਦੀ ਗਰੀਬੀ ਵਿੱਚੋਂ ਇਹਨਾਂ ਸੋਚਿਓ ਕਿ ਇਹਨਾਂ ਕੋਲ ਪੈਸੇ ਦੀ ਪੇਸ਼ਕਸ਼ ਨਹੀਂ ਸੀ ਆਈ ਤੇ ਆਪਣੀ ਲਗਨ ਸਦਕਾ ਤੁਸੀਂ ਹੈਰਾਨ ਹੋ ਜਾਓਗੇ ਕਿ ਫਾਰਸੀ, ਗੁਰਮੁਖੀ, ਦੇਵਨਾਗਰੀ, ਲੰਡੇ ਤੇ ਅੰਗਰੇਜ਼ੀ ਦੀ ਮਹਾਰਤ ਸੀ
ਮੈਂ ਪੰਜਾਬੀ ਲਫ਼ਜ਼ ਵਰਤਿਆ ਨਹੀਂ। ਪਰ ਪੰਜਾਬੀ ਵਿੱਚ ਬਗੈਰ ਇਸ ਤਰ੍ਹਾਂ ਦੀ ਸਿੱਖਿਆ ਹਾਸਲ ਕੀਤੀ ਵੀ ਜਿਸ ਤਰੀਕੇ ਉਹਨਾਂ ਨੇ ਆਪਣੀ ਲਗਨ ਨਾਲ ਇਹ ਸਿੱਖਣੀ ਚਾਹੀ ਕਿ ਮੈਂ ਉਹਦਾ ਅਸਲ ਮਤਲਬ ਯਾਨੀ ਗੁਰਮੁਖੀ ਤੋਂ ਪੰਜਾਬੀ ਚ ਸਿੱਖਣ ਦਾ ਯਾਨੀ ਕਾਰਨ ਇਹ ਸੀ। ਮਤਲਬ ਜਿਸ ਤਰੀਕੇ ਦਾ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖਿਆ ਉਹਨਾਂ ਬਾਰੇ ਲਿਖਤ ਭੇਜੇ ਕਿ ਪ੍ਰੋਫੈਸਰ ਸਾਹਿਬ ਸਿੰਘ ਵਰਗੀ ਭਾਵੇਂ ਉਹਨਾਂ ਨੇ ਪੰਜਾਬੀ ਜ਼ਬਾਨ ਦੀ ਮਹਾਰਤ ਨਹੀਂ ਵੀ ਹੈ, ਪਰ ਜਿੰਨੇ ਅੱਜ ਦੇ ਦਿਨ ਯਾਨੀ ਉਦੋਂ ਸਮੇਂ ਦੀ ਉਹ ਲਿਖਦੇ ਨੇ ਪ੍ਰਿੰਸੀਪਲ ਤੇਜਾ ਸਿੰਘ ਕਿ ਅੱਜ ਦੇ ਦਿਨ ਜੇ ਮੈਂ ਵੇਖਾਂ ਕਿ ਸਭ ਤੋਂ ਮਿਆਰੀ ਤੇ ਠੀਕ ਪੰਜਾਬੀ ਲਿਖਣ ਵਾਲਾ ਕੌਣ ਹੈ ਤੇ ਮੈਨੂੰ ਦੋ ਹੀ ਬੰਦੇ ਦਿਸਦੇ ਨੇ ਤੇ ਉਹਨਾਂ ਦੋਨਾਂ ਵਿੱਚੋਂ ਵੀ ਚੋਟੀ ਤੇ ਪ੍ਰੋਫੈਸਰ ਸਾਹਿਬ ਸਿੰਘ ਦਿਖਦਾ। ਤੇ ਉਹ ਆਪ ਮੰਨੇ ਸਨ ਨਾਨਾ ਜੀ ਕਿ ਹਾਂ ਮੈਂ ਇਹ ਸਿੱਖੀ ਸਿਰਫ ਇਸ ਲਈ ਕਿ ਮੈਂ ਚਾਹੁੰਦਾ ਸੀ ਕਿ ਮੈਂ ਵਿਆਕਰਣ ਜਦੋਂ ਲਿਖਣੀ ਹੈ ਕੋਈ ਗਲਤੀ ਨਾ ਰਹਿ ਜਾਏ ਤੇ ਮੈਂ ਗੁਰੂ ਨੂੰ ਆਪਣੇ ਨੂੰ ਜਵਾਬ ਦਿਆ, ਕਿਸੇ ਹੋਰ ਨੂੰ ਨਹੀਂ। ਬਾਜੀ 30 ਰੁਪਏ ਮਹੀਨੇ ਦੀ ਨੌਕਰੀ ਕਰਦੇ ਸਨ ਕੋਈ ਸਮੇਂ ਦੀ, ਤੇ ਪੈਸੇ ਦੀ ਕਮੀ ਦੇ ਬਾਵਜੂਦ ਫਿਰ ਪਿਛਲੇ ਤੁਸੀਂ ਜਿਹੜੇ ਕਰਜ਼ੇ ਚੜੇ ਉਹ ਵੀ ਲਾਣੇ ਸੀ, ਅੱਗੋਂ ਬੱਚੇ 6 ਪੁੱਤਰ 2 ਧੀਆਂ ਉਹ ਵੀ ਪਾਲਣੀਆਂ ਤੇ ਸਿਖਰ ਤੱਕ ਲੈ ਕੇ ਜਾਣੀਆਂ। ਉਸ ਸਮੇਂ ਭਾਜੀ ਜ਼ਰਾ ਅਮਾਉਂਟ ਦਾ ਜ਼ਰਾ ਖਿਆਲ ਕਰਿਓ ਜੀ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਪੰਜਾਬੀ ਵਿਆਕਰਣ ਦਾ ਸੈੱਟ ਤਿਆਰ ਕਰਨ ਲਈ 20,000 ਰੁਪਏ ਦੀ ਪੇਸ਼ਕਸ਼ ਹੋਈ ਸੀ ਉਦੋਂ ਵੀ। ਅੱਛਾ ਜੀ। ਤੇ ਇਹ ਕਿਸ ਮਿੱਟੀ ਦਾ ਬਣਿਆ ਹੋਏਗਾ ਉਹ ਸ਼ਖਸ ਜਿਹਨੇ ਲੱਤ ਮਾਰ ਦਿੱਤੀ ਇਹਨੂੰ, ਤੇ ਪਤਾ ਕੀ ਜਵਾਬ ਦਿੱਤਾ ਸੀ? ਮੇਰੇ ਸਰੀਰ ਦਾ ਕੋਈ ਪਰਵਾਸਾ ਨਹੀਂ ਕਿਸ ਵੇਲੇ ਜਵਾਬ ਦੇ ਜਾਏ, ਮੈਂ ਗੁਰਬਾਣੀ ਵਿਆਕਰਣ ਦਾ ਸੰਕਲਪ ਕੀਤਾ ਤੇ ਜੇ ਉਹ ਗੁਰੂ ਪਾਤਸ਼ਾਹ ਨੇ ਜੇ ਸਿਰੇ ਚਾੜ ਦਿੱਤਾ ਤਾਂ ਮੈਂ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਣਾ, ਗੁਰ ਇਤਿਹਾਸ ਬਾਰੇ ਮੈਂ ਸੰਕਲਪ ਬਣਾਇਆ। ਮੈਂ ਪੈਸਿਆਂ ਪਿੱਛੇ ਜੇ ਕੋਈ ਕੰਮ ਕਰਨਾ ਹੁੰਦਾ ਤਾਂ ਸਾਹਿਬ ਸਿੰਘ ਨਾ ਬਣਦਾ। ਮੇਰੇ ਕੋਲ ਜੋ ਸਮਾਂ ਹੈ ਇੱਕ ਪਲ ਗੁਰੂ ਲਈਏ, ਵਿਆਕਰਣਾ ਲਿਖ ਕੇ ਪੈਸੇ ਕਮਾਉਣ ਵਾਲੇ ਬਥੇਰੇ ਨੇ ਜਿਨ੍ਹਾਂ ਨੇ ਮੇਰੇ ਪਿੱਠ ਪਿੱਛੇ ਖੰਜਰ ਵੀ ਮਾਰਨੇ ਨੇ, ਮਾਰਨ ਜੀ ਸਦਕੇ। ਪਰ ਮੇਰੇ ਬਾਰੇ ਜਦੋਂ ਕਦੇ ਜ਼ਿਕਰ ਹੋਏਗਾ ਤਾਂ ਨਾਲ ਇਹ ਜ਼ਰੂਰ ਕਿਹਾ ਜਾਏਗਾ ਸੂਰਬੀਰ ਬਚਨ ਕੇ ਬਲੀ। ਮੈਂ ਇਹੀ ਕੁਝ ਲਿਖ ਕੇ ਜਾਣਾ ਤੇ ਅਖੀਰੀ ਦਮ ਤੱਕ ਉਸ ਤੇ ਟਿਕੇ ਰਹੇ। ਪਰ ਮੈਂ ਜੋ ਗੱਲ ਕਰਨਾ ਚਾਹੁੰਦੀ ਹਾਂ ਤੇ ਲਾਹਨਤ ਪਾਉਣਾ ਚਾਹੁੰਦੀ ਹਾਂ ਉਸ ਜਿਸ ਥਾਂ ਤੇ ਉਹ ਮੀਤ ਪ੍ਰਧਾਨ ਵੀ ਰਹੇ SGPC ਦੇ ਵਿੱਚ, ਜੇਲਾਂ ਵੀ ਕੱਟੀਆਂ ਗੁਰੂ ਕੇ ਬਾਗ ਦੇ ਮੋਰਚੇ 'ਚ, ਜੈਤੋ ਦੇ ਮੋਰਚੇ 'ਚ। ਭਾਜੀ ਤੁਸੀਂ ਹੈਰਾਨ ਹੋਵੋਗੇ ਕਿ ਇਸ ਦੇ ਵਿੱਚ ਜਿਵੇਂ ਸਾਰੀ ਉਮਰ ਦੀ ਮਿਹਨਤ, ਜਿਸ 'ਚ ਪਾਰਕਿੰਸਨ ਰੋਗ ਵੀ ਹੋ ਗਿਆ, ਖਾਣ ਨੂੰ ਮੁਤਾਜ ਸਨ, ਮੂੰਹ ਵਿੱਚ ਮੇਰੀ ਨਾਨੀ ਪਾਇਆ ਕਰਦੀ ਸੀ, ਉਸ ਹਾਲ ਵਿੱਚ ਇਹ ਟੀਕਾ ਜੋ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਜੋ ਪੰਥ ਦੀ ਅਮਾਨਤ ਸੀ, ਉਦੋਂ ਵੀ ਉੱਥੇ ਸੱਜਣਾ ਦੀ ਈਰਖਾ ਸਦਕਾ ਪੰਥ ਦੀ ਸ਼੍ਰੋਮਣੀ ਜਥੇਬੰਦੀ ਨੇ ਛਾਪਿਆ ਨਹੀਂ। ਅੱਜ ਨੇ ਸਾਰੇ SGPC ਵੱਲੋਂ ਛਾਪਿਆ ਨਹੀਂ ਕਿਉਂਕਿ ਉਦੋਂ ਵੀ ਕਿਹਾ ਗਿਆ ਇਹ ਮਿਆਰੀ ਨਹੀਂ, ਸਾਡੇ ਅਨੁਸਾਰ ਨਹੀਂ ਲਿਖਿਆ ਗਿਆ, ਅਸੀਂ ਇਹਨੂੰ ਛਾਪਣਾ ਹੀ ਨਹੀਂ, ਇਹ ਨਕਾਰਾ ਹੈ, ਬੇਕਾਰ ਹੈ, ਇਹੋ ਜਿਹੇ ਸ਼ਬਦ ਸੁਣਨੇ ਪਏ। ਤੇ ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਸੀ ਹਾਰੀ। ਕੁਝ ਯਾਨੀ ਲਿਖੇ ਵੀ ਨਹੀਂ ਸੀ ਗਏ ਪੰਨੇ ਜੋ ਮੇਰੇ ਪਾਪਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ ਫਿਰ ਪੂਰੇ ਕੀਤੇ ਤੇ ਆਪ ਉਹ ਲੈ ਕੇ ਗਏ ਸਨ ਰਾਜ ਪਬਲਿਸ਼ਰ ਜਲੰਧਰ ਕੋਲ ਜਿਨ੍ਹਾਂ ਨੇ ਇਹ ਛਾਪਿਆ ਟੀਕਾ। ਭਾਜੀ ਮੈਂ ਯਾਨੀ ਮੈਂ ਤੁਹਾਨੂੰ ਸਿਰਫ ਦੱਸਣਾ ਚਾਹੁੰਦੀ ਹਾਂ ਕਿ ਹਰ ਸਦੀ ਵਿੱਚ ਜੇ ਗੁਰੂ ਨਾਨਕ ਸਾਹਿਬ ਕਹਿ ਸਕਦੇ ਸਨ ਕਿ ਉਹਨਾਂ ਨੂੰ ਵੀ ਬੇਤਾਲਾ ਕਿਹਾ ਗਿਆ, ਉਹਨਾਂ ਨੂੰ ਵੀ ਭੂਤਨਾ ਤੱਕ ਕਿਹਾ ਗਿਆ, ਅਸੀਂ ਸਮਝ ਸਕਦੇ ਹਾਂ ਕਿ ਲੋਕ ਕਿਸ ਤਰੀਕੇ ਦੇ ਯਾਨੀ ਜਦੋਂ ਕੋਈ ਸਿਖਰ ਛੂ ਰਿਹਾ ਹੋਵੇ ਥੱਲੇ ਉਹਨੂੰ ਹੇਠਾਂ ਖਿੱਚਦੇ ਨੇ। ਭਾਜੀ ਜਦੋਂ ਉਹਨਾਂ ਦੀ ਮੌਤ ਹੋਈ ਸੀ ਭਾਈ ਵੀਰ ਸਿੰਘ ਹਾਲ ਵਿੱਚ ਸ਼ਰਧਾਂਜਲੀਆਂ ਭੇਂਟ ਹੋਈਆਂ ਸੀ, ਉਦੋਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਅਨਾਉਂਸ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਮਤਾ ਪਾਸ ਹੋ ਗਿਆ ਕਿ ਪ੍ਰੋਫੈਸਰ ਸਾਹਿਬ ਸਿੰਘ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਰੱਖੀ ਜਾਏਗੀ। ਭਾਜੀ ਕੋਈ ਨਹੀਂ ਇਹ ਚੀਜ਼ ਹੋਈ। ਮੇਰੇ ਫਾਦਰ ਉਸ ਤੋਂ ਬਾਅਦ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਲਗਾਤਾਰ ਡਾਕਟਰ ਦਲਜੀਤ ਸਿੰਘ ਜੋ ਉਹਨਾਂ ਦੇ ਪੁੱਤਰ ਸਨ ਉਹ ਲਗਾਤਾਰ ਮਗਰ ਪਏ ਰਹੇ। ਪਰ 25 ਅਕਤੂਬਰ 2008 ਨੂੰ ਮੇਰੇ ਪਾਪਾ ਜੀ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ, ਉਦੋਂ ਤੱਕ ਵੀ ਨਹੀਂ ਲੱਗੀ। ਤੇ ਫਿਰ ਯਾਨੀ ਹਾਲ ਇਹ ਸੀ ਕਿ ਜਦੋਂ ਵੀ ਜਾ ਕੇ ਗੱਲ ਕਰਨੀ ਉਹਨਾਂ ਨੇ ਕਹਿਣਾ ਇਹਨਾਂ ਨੇ ਕੀਤਾ ਹੀ ਕੀ ਹੈ ਜਿਹਦੇ ਲਈ ਤਸਵੀਰ ਲੱਗੇ, ਉੱਥੇ ਸਿਰਫ ਭਾਈ ਵੀਰ ਸਿੰਘ ਦੀ ਲਾ ਸਕਦੇ, ਇਹਨਾਂ ਦੀ ਲਾ ਹੀ ਨਹੀਂ ਸਕਦੇ। ਮੈਂ ਰਿਣੀ ਆ, ਦਿਲੋਂ ਰਿਣੀ ਆ, ਮੇਰਾ ਟੱਬਰ ਅੱਗੋਂ 7 ਜਨਮ ਤੱਕ ਰਿਣੀ ਰਹਿਣਾ ਕਿਉਂਕਿ ਉਹਦੇ ਲਈ ਕਿੰਨੀ ਵੱਡੀ ਮਾਤਰਾ ਚ ਟੋਰਾਂਟੋ ਤੋਂ
ਤੇ ਸਰੀ ਤੋਂ ਸਿਗਨੇਚਰ ਕੈਂਪੇਨ ਕਰਕੇ ਜਿਸ ਤਰੀਕੇ ਮਤੇ ਪਾਸ ਕਰਾ ਕੇ ਲੋਕਾਂ ਨੇ ਭੇਜਿਆ ਸੀ ਕਿ ਸਾਨੂੰ ਇਹਨਾਂ ਦੀ ਤਸਵੀਰ ਉੱਥੇ ਚਾਹੀਦੀ ਹੈ, ਉਹ ਲੋਕਾਂ ਨੇ ਜੋ ਆਪਣੇ ਮਨਾਂ ਵਿੱਚ ਇੱਜ਼ਤ ਰੱਖੀ ਸੀ, ਉਹ ਸਦਕਾ ਉਹ ਤਸਵੀਰ ਉੱਥੇ ਹੁਣ ਲੱਗੀ ਹੈ। ਪਰ ਮੈਂ ਇਹੋ ਜਿਹੇ ਸ਼ਖਸੀਅਤਾਂ ਜੋ ਕੌਮ ਦਾ ਸਰਮਾਇਆ ਹੁੰਦੀਆਂ ਨੇ, ਪੰਥ ਦੀ ਅਮਾਨਤ ਹੁੰਦੀਆਂ ਨੇ। ਰੌਲਾ ਸਾਡਾ ਤਾਂ ਦੁੱਖ ਤਾਂ ਡਾਕਟਰ ਸ਼ਿੰਦਰ ਕੌਰ ਜੀ ਇਸੇ ਗੱਲ ਦੇ ਵਿੱਚ ਹੈ ਕਿ ਅਸੀਂ ਆਪਣਾ ਸਰਮਾਇਆ ਜਿਹੜਾ ਨਾ ਸਾਂਭਣ ਲਈ ਵੀ, ਸਾਨੂੰ ਸਰਮਾਏ ਨੂੰ ਸਾਂਭਣ ਦੇ ਲਈ ਵੀ ਮੋਰਚੇ ਲਾਉਣੇ ਪੈਂਦੇ ਨੇ, ਮੁਹਿੰਮਾਂ ਕਰਨੀਆਂ ਪੈਂਦੀਆਂ ਨੇ। ਜੋ ਕੰਮ ਮੈਂ ਦੇਖ ਰਿਹਾ ਸੀਗਾ, ਥੋੜ੍ਹਾ ਜਿਹਾ ਮੈਂ ਪੜ੍ਹ ਰਿਹਾ ਸੀ ਗੱਲਬਾਤ ਕਰਦੇ ਕਰਦੇ ਤੁਹਾਡੇ ਨਾਲ, ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਮੈਂ ਹਮੇਸ਼ਾ ਵਰਡ ਯੂਜ਼ ਕਰਦਾ ਹੁੰਦਾ ਦੇਸ਼ ਦੀ ਵੰਡ। ਮੈਂ ਆਜ਼ਾਦੀ ਨਾਲ ਕਿਤੇ ਇਹਨੂੰ ਜੋੜ ਕੇ ਨਹੀਂ ਦੇਖਿਆ। ਮੇਰੇ ਸ਼ਬਦ ਹਮੇਸ਼ਾ ਦੇਸ਼ ਦੀ ਵੰਡ ਤੇ ਪੰਜਾਬ ਦੀ ਵੰਡ ਨਾਲ ਜੁੜਦੇ ਨੇ। ਤਾਂ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਜਿੰਨੇ ਖਾਲਸਾ ਕਾਲਜ, ਗੁਰੂ ਨਾਨਕ ਖਾਲਸਾ ਕਾਲਜ ਜਾਂ ਹੋਰ ਗੁਰੂਆਂ ਦੇ ਨਾਂ ਦੇ ਉੱਤੇ ਸਾਡੀਆਂ ਸਿੱਖ ਸੰਸਥਾਵਾਂ ਵਾਂਗੂ ਚਲਾਏ ਜਾਂਦੇ ਵਿੱਦਿਅਕ ਅਦਾਰੇ ਸਨ, ਸ਼ਾਇਦ ਅਸੀਂ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਵਿੱਚ ਉਹ ਨਾ ਕਰ ਸਕੇ। ਚੜ੍ਹਦੇ ਪੰਜਾਬ ਦੇ ਵਿੱਚ ਜੇ ਸਾਡੀ SGPC ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਉਹ ਵੀ ਉਹ ਕੰਮ ਨਾ ਕਰ ਸਕੀ ਜਿਹੜੇ ਕੰਮ ਦੇ ਲਈ ਉਸ ਨੂੰ ਬਣਾਇਆ ਗਿਆ ਸੀ, ਤੇ ਜਿਹੜੇ ਕੰਮ ਦੇ ਲਈ ਲੋਕ ਕਹਿੰਦੇ ਸਨ ਕਿ ਸਿੱਖਿਆ ਜਿਹੜੀ ਹੈ, ਜਿਵੇਂ ਭਾਈ ਸਾਹਿਬ ਸਿੰਘ ਜੀ ਵਰਗੇ ਗਰੀਬ ਵਿਅਕਤੀ ਦੇ ਵਿੱਚ ਇੰਨਾ ਟੈਲੈਂਟ ਸੀ। ਅੱਜ ਵੀ ਸਾਡੇ ਬੜੇ ਗਰੀਬ ਸਿੱਖ ਨੇ ਜਿਨ੍ਹਾਂ ਕੋਲ ਬਹੁਤ ਟੈਲੈਂਟ ਪਿਆ, ਬੜਾ ਕੁਛ ਪਿਆ। ਪਰ ਹੈਰਾਨੀ ਦੀ ਗੱਲ ਉਦੋਂ ਹੁੰਦੀ ਹੈ, ਇੱਕ ਵੀਡੀਓ ਮੈਂ ਸ਼ੇਅਰ ਕੀਤੀ ਹੈ ਫੇਸਬੁੱਕ ਦੇ ਉੱਤੇ, ਕਿ ਇੱਕ ਵਹਿਮਾਂ ਭਰਮਾਂ ਦੇ 'ਚ ਪਾ ਕੇ ਜੇਕਰ ਅੰਮ੍ਰਿਤਧਾਰੀ ਦਾ ਉਹਦੀ ਕਿਰਪਾਨ ਲਵਾ ਕੇ ਉਹਨੂੰ ਉਹਦਾ ਧਰਮ ਪਰਿਵਰਤਨ ਕੀਤਾ ਜਾ ਸਕਦਾ ਹੈ। ਇਹ ਵੀ ਇੱਕ ਮੈਂ ਵੱਡੀ ਗੱਲ ਦੇ ਉੱਤੇ ਕਹਾਂਗਾ ਕਿ ਕਿਤੇ ਨਾ ਕਿਤੇ ਸਾਡੀਆਂ ਸਿੱਖ ਸੰਸਥਾਵਾਂ ਜ਼ਿੰਮੇਵਾਰ ਨੇ। ਸਿੱਖ ਬੱਚਿਆਂ ਨੂੰ, ਜਿਹੜਾ ਸਿੱਖ ਬੀਬੀਆਂ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ, ਇਹਦੇ ਪਿੱਛੇ ਵੀ ਸਾਡੀਆਂ ਸਿੱਖ ਸੰਸਥਾਵਾਂ ਨੇ। ਗੁਰੂ ਕੀ ਗੋਲਕ ਬਣੀ ਤਾਂ ਇਹਨਾਂ ਕੰਮਾਂ ਲਈ ਸੀ ਤੇ ਚੱਲ ਪਈ ਕਿਸੇ ਹੋਰ ਪਾਸੇ ਨੂੰ। ਜੀ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ। ਉਹਨਾਂ ਨੇ ਆਪਣੀ ਜੀਵਨੀ ਵਿੱਚ ਵੀ ਇਹ ਲਿਖਿਆ ਹੋਇਆ ਜੋ ਮੈਂ ਚਾਹੁੰਦੀ ਹਾਂ ਜੀ ਬਿਨ ਉਹੀ ਲਫ਼ਜ਼ ਪੜ੍ਹ ਕੇ ਸੁਣਾ ਦਿਆਂ ਕਿ ਅਸੀਂ ਆਪਣੇ ਸਤਿਗੁਰ ਪਿਆਰੇ ਦੀ ਯਾਦ ਵਿੱਚ ਬੇਸ਼ੱਕ ਜਿੰਨਾ ਖਰਚ ਕਰੀਏ, ਗੁਰ ਦੇ ਜਲੂਸਾਂ ਵਿੱਚ ਜਿੰਨਾ ਮਰਜ਼ੀ ਉਤਸ਼ਾਹ ਵਿਖਾਈਏ, ਥੋੜਾ ਏ। ਪਰ ਝੁੱਗੀਆਂ ਵਿੱਚ ਬੈਠੇ ਗਰੀਬ ਨੀਵਿਆਂ ਨੂੰ ਨਾ ਭੁੱਲੀਏ ਤੇ ਲੋੜਵੰਦਾਂ ਦੀ ਮਦਦ ਕਰਨ ਦਾ ਟੀਚਾ ਜ਼ਰੂਰ ਮਿੱਥੀਏ। ਇਹ ਨਾ ਹੋਵੇ ਕਿ ਚੜਾਵੇ ਦੇ ਪੈਸਿਆਂ ਨਾਲ ਜਿਹੜੇ ਵਿਦਿਅਕ ਅਦਾਰੇ ਖੁੱਲਣ, ਉਹਨਾਂ ਵਿੱਚ ਅੱਤ ਨੀਵਿਆਂ ਦੇ ਬੱਚੇ ਵਿਚਾਰੇ ਨਿਮਾਣਿਆਂ ਵਾਂਗ ਝਾੜੂ ਬਰਦਾਰ ਬਣੇ ਰਹਿ ਜਾਣ। ਅਜਿਹੀਆਂ ਸੰਸਥਾਵਾਂ ਜੋ ਸਿਰਫ ਰੱਜੇ ਪੁੱਜਿਆਂ ਦੀਆਂ ਸਾਰ ਲੈਂਦੀਆਂ ਹੁਣ, ਉਹ ਸਿੱਖੀ ਸਿਧਾਂਤ ਤੋਂ ਕੋਹਾਂ ਪਰਾਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ। ਲੋੜ ਏ ਕਿ ਝਾੜੂ ਬਰਦਾਰਾਂ ਦੇ ਬੱਚਿਆਂ ਦੇ ਵਿਦਿਆ ਲੈ ਕੇ, ਇਨਸਾਨ ਅਖਵਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਲੇਵਾ ਸਿੱਖਾਂ ਨਾਲ ਬੈਠਣ ਜੋਗੇ ਹੋ ਜਾਣ ਤੇ ਉਸ ਕੌਮ ਦੇ ਸੱਚੇ ਸੁੱਚੇ ਅੰਗ ਬਣ ਸਕਣ। ਖਿਮਾ ਕਰਿਓ, ਮੈਂ ਕਿਉਂਕਿ ਉਹਨਾਂ ਦੇ ਨਾਲ ਬੈਠੀ, ਉਹਨਾਂ ਦੀ ਗੋਦ ਵਿੱਚ ਜੋ ਉਹਨਾਂ ਦੀਆਂ ਗੱਲਾਂ ਸੁਣਦੀ ਸਾਂ, ਮੈਨੂੰ ਯਾਦ ਆਉਣ ਨਾਲ ਮੇਰਾ ਗਲਾ ਭਰ ਜਾਂਦਾ ਹੈ। ਪਰ ਗੱਲ ਭਾਜੀ ਇਸ ਤਰ੍ਹਾਂ ਕਿ ਜਿਸ ਤਰੀਕੇ ਉਹ ਸਾਨੂੰ ਸੁਣਾਇਆ ਕਰਦੇ ਸਨ ਆਪਣੀ ਔਖਿਆਈ, ਉਹ ਮੈਂ ਅੱਜ ਨਾ ਗੁਰੂ ਸਾਹਿਬ ਦੇ ਨਾਲ, ਸਾਡੇ ਦੂਜੇ ਗੁਰੂ ਸਾਹਿਬ ਨਾਲ ਜੋੜ ਕੇ ਦੱਸਣਾ ਚਾਹੁੰਦੀ ਹਾਂ। ਸ਼ਾਇਦ ਸੁਣਨ ਵਾਲੇ ਸਰੋਤਿਆਂ ਚੋਂ ਕੋਈ ਬੱਚਾ ਵੀ ਹੋਏ, ਮੇਰਾ ਨੌਜਵਾਨ ਫੁੱਟ ਗੱਭਰੂ, ਜਿਹੜਾ ਸ਼ਾਇਦ ਉਹਦੀ ਜ਼ਿੰਦਗੀ ਤਬਦੀਲ ਹੋ ਸਕੇ। ਕਿਉਂਕਿ ਉਹਨਾਂ ਦੀ ਜੇਲ੍ਹ ਦੀ, ਜਿਵੇਂ ਸਾਨੂੰ ਉਹ ਸੁਣਾਉਂਦੇ ਹੁੰਦੇ ਸਨ ਕਿ ਜਦੋਂ ਮੈਂ ਜੇਲ੍ਹ ਵਿੱਚ ਗਿਆ ਸਾਂ, ਜਦੋਂ ਇਹਨਾਂ ਦੇ ਅਕਾਲੀ ਲਹਿਰ ਦੇ ਵਿੱਚ 2 ਵਾਰ ਜੇਲ੍ਹ ਕੱਟੀ ਸੀ, ਤਾਂ ਬੜੇ ਸਾਨੂੰ ਹੱਸ ਕੇ ਉਹਨਾਂ ਨੇ ਜਦੋਂ ਸੁਣਾਣਾ, ਸਾਡਾ ਭਾਵੇਂ ਜੀ ਕੱਚਾ ਹੋਣ ਲੱਗ ਜਾਂਦਾ ਸੀ ਸੁਣ ਕੇ। ਤੇ ਉਹਨਾਂ ਨੇ ਕਹਿਣਾ ਵੀ ਮੈਂ ਵੀ ਬਤੌਰ ਮੀਤ ਸਕੱਤਰ ਉੱਥੇ ਮੈਂਬਰਾਂ ਦੇ ਵਿੱਚ, ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਫੜਿਆ ਗਿਆ ਸਾਂ, ਉਦੋਂ ਪ੍ਰਧਾਨ ਵੀ ਸਨ, ਜਨਰਲ ਸਕੱਤਰ ਨਾਲ ਹੀ ਸਨ, 9 ਜਣੇ ਸਾਂ। ਤਾਂ ਉਦੋਂ ਚੂੜਕਾਣੇ ਦੇ ਰਹਿਣ ਵਾਲੇ ਸਰਦਾਰ ਤੇਜਾ ਸਿੰਘ ਜੀ ਵੀ ਉਦੋਂ ਸਾਡੇ ਨਾਲ ਸਨ, ਜੋ ਪੁੰਜੇ ਬਹਿ ਕੇ ਅਸੀਂ ਰੋਟੀ ਖਾਂਦੇ ਪਏ ਸਾਂ, ਜਦੋਂ ਉੱਥੇ ਜੋ ਜੇਲ੍ਹ ਦੀ ਸੁੱਕੀ ਰੋਟੀ ਹੁੰਦੀ ਹੈ। ਤੇ ਕਹਿੰਦੇ, ਮੈਂ ਹਾਸੇ ਚ ਕਿਹਾ ਵੀ ਜੇਲ੍ਹ ਚ ਤਾਂ 2 ਹੀ ਚੀਜ਼ਾਂ ਸਿਰਫ ਮਿਲਦੀਆਂ, ਵੀ ਇੱਕ ਮਸਰ ਤੇ ਇੱਕ ਬਤਾਊ, ਤੇ ਇਹਨਾਂ ਦੋਨਾਂ ਚੀਜ਼ਾਂ ਵਿੱਚ ਭਲਾ ਐਡੀ ਕਿੱਡੀ ਕੁ ਗੱਲ ਹੈ ਵੀ ਦੇਖੋ, ਸਾਬਤ ਤੁਰੀਆਂ ਥੋਮ ਦੀਆਂ ਤੈਰਦੀਆਂ ਫਿਰਦੀਆਂ ਨੇ, ਵੀ ਇੰਨਾ ਕਿੰਨਾ ਕੁ ਜਰਾ ਜਿਹਾ ਇਹਨੂੰ ਭਾਵੇਂ ਮਿੱਝ ਕੇ ਕੁੱਟੀ ਲੈਂਦੇ ਜਾਂ ਕੁਛ ਕਰਕੇ, ਵੀ ਸਾਬਤ ਤੁਰੀਆਂ ਕਿਵੇਂ ਖਾਈਏ। ਉਹ ਤੇਜਾ ਸਿੰਘ ਜੀ ਨਾਲ ਨਵਾਂ ਦੇਖ ਕੇ ਹੱਸਣ ਲੱਗ ਗਏ। ਤੇ ਮੈਂ ਉਹਨੂੰ ਕਿਹਾ ਕੀ ਹੋਇਆ ਜੀ? ਕਹਿੰਦੇ ਅੱਗੋਂ ਮੈਨੂੰ ਕਹਿਣ ਲੱਗਾ, ਸਾਹਿਬ ਸਿੰਘਾ, ਤੂੰ ਨਵਾਂ ਪੰਛੀ ਹੈ, ਤੈਨੂੰ ਪਤਾ ਵੀ ਤੂੰ ਜਿਹੜੇ 36 ਪਦਾਰਥ ਇੱਥੇ ਮਿਲਦੇ ਨੇ ਉਹਨਾਂ ਚ ਕੀ ਹੈ। ਉਹ ਭਾਈ ਧਿਆਨ ਨਾਲ ਵੇਖ, ਕਹਿੰਦਾ ਦੇਖਾਂ ਕੀ? ਸਾਬਤ ਤੁਰੀਆਂ ਦਾ ਢੇਰ ਲੱਗਿਆ ਪਿਆ। ਉਹ ਕਹਿੰਦੇ, ਭਾਈ ਸਾਹਿਬ, ਇਹ 10-12 ਜੋ ਸਾਬਤ ਤੁਰੀਆਂ ਦਿਸਦੀਆਂ ਨੇ, ਸੁੰਡ ਨੇ, ਸੁੰਡ ਸਾਬਤ। ਤੈਨੂੰ ਕੀ ਲੱਗਦਾ ਵੀ ਜੇਲਾਂ ਵਿੱਚ ਸੁੰਡਾਂ ਵਾਲੇ ਬਤਾਉ ਦੇਣਗੇ? ਹੋਰ ਤੈਨੂੰ ਕੀ ਖਬਰ?
ਉਹਨਾਂ ਨੇ ਜਦੋਂ ਅੱਗੋਂ ਸੁਣਾਣਾ ਵੀ ਪੈਰਾਂ ਨਾਲ ਗੁੰਨਿਆ ਆਟਾ ਹੈ ਤੇ ਇਹ ਹੈ, ਤੇ ਸਾਨੂੰ ਸੁਣ ਕੇ ਨਾ ਦਿਲ ਕੱਚਾ ਹੋ ਜਾਣਾ ਵੀ ਆਏ ਹਾਏ ਤੁਸੀਂ ਕੀ ਖਾਂਦੇ ਸੀ ਨਾਨਾ ਜੀ। ਤੇ ਉਹ ਕਹਿੰਦੇ ਵੀ ਉਹਨੇ ਦਿਨ ਜਿੰਨੇ ਦਿਨ ਜੇਲ੍ਹ ਅੰਦਰ ਰਿਹਾ ਅਸੀਂ ਉਹ ਸਾਬਤ ਥੋਮ ਦੀਆਂ ਧੁਰੀਆਂ ਕੱਢ ਦੇਣੀਆਂ ਤੇ ਅਸੀਂ ਬਾਕੀ ਤਰੀ ਨਾਲ ਹੀ ਮੈਂ ਤਾਂ ਖਾ ਕੇ ਲੰਘ ਗਿਆ। ਤੇ ਅਸੀਂ ਨਾ ਅੱਗੋਂ ਜਿਵੇਂ ਨਿੱਕੇ ਨਿੱਕੇ ਬੱਚੇ ਹੁੰਦੇ ਸਾਂ ਕੋਲ ਬੈਠੇ, ਜਿਵੇਂ ਉਲਟੀ ਵਾਂਗ ਕਰਨਾ, ਹਾਏ ਹਾਏ ਨਾਨਾ ਜੀ ਤੁਸੀਂ ਕਿੰਨਾ ਗੰਦ ਖਾਇਆ ਹੋਇਆ। ਤੇ ਜਿਹੜੀ ਉਦੋਂ ਉਹ ਮੈਨੂੰ ਕਹਾਣੀ ਸੁਣਾਉਂਦੇ ਸਨ ਜੋ ਅਸਲ ਘਟਨਾ ਗੁਰੂ ਸਾਹਿਬ ਦੀ ਜ਼ਿੰਦਗੀ ਨਾਲ ਜੁੜੀ ਹੈ, ਮੈਂ ਉਹੀ ਸਾਂਝੀ ਕਰਨਾ ਚਾਹੁੰਦੀ ਹਾਂ, ਜਿਸ ਕਰਕੇ ਮੈਂ ਕਿਹਾ ਸ਼ਾਇਦ ਮੇਰਾ ਕੋਈ ਮੁੱਛ ਫੁੱਟ ਗੱਭਰੂ ਬੱਚਾ ਉਹਦੀ ਜ਼ਿੰਦਗੀ ਤਬਦੀਲ ਹੋ ਸਕੇ। ਸਾਨੂੰ ਉਹਨਾਂ ਨੇ ਅੱਗੋਂ ਸੁਣਾਣਾ, ਬੱਚੇ ਇਹ ਸੁਣ ਤਾਂ ਕੁਝ ਵੀ ਨਹੀਂ ਜੀ। ਦੇਖੋ ਨਾ, ਸੋ ਕਤ ਜਾਣੇ ਪੀਰ ਪਰਾਈ ਜਿਸ ਕੇ ਅੰਤਰ ਦਰਦ ਨਾ ਪਾਈ, ਜਿਹਨੇ ਗਰੀਬ ਕੋਲ ਬਹਿ ਕੇ ਦਰਦ ਨਹੀਂ ਸਮਝਿਆ, ਗਰੀਬੀ ਆਪ ਹੰਡਾਈ ਨਹੀਂ। ਉਸੇ ਤਰ੍ਹਾਂ ਜਰਾ ਧਿਆਨ ਕਰੋ ਕਿ ਜਦੋਂ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ ਬਾਰੇ ਬਣਨਾ ਸੀ ਤਾਂ ਗੁਰੂ ਨਾਨਕ ਸਾਹਿਬ ਨੇ ਕੀ ਜੁਗਤ ਵਰਤੀ ਸੀ। ਉਦੋਂ ਦੇਖੋ, ਉਦੋਂ ਵੀ ਅੱਤ ਦੀ ਗਰੀਬੀ ਸੀ ਜੀ। ਜਿਹੜੇ ਬਹੁਤ ਜ਼ਿਆਦਾ ਨੀਵਿਆਂ ਤੋਂ ਵੀ ਅੱਤ ਨੀਵੇਂ ਸਨ, ਉਹਨਾਂ ਨੂੰ ਭੁੱਖ ਮਿਟਾਉਣ ਲਈ ਮੁਰਦੇ ਤੱਕ ਖਾਣੇ ਪੈਂਦੇ ਸਨ, ਮੁਰਦਾਰ ਖਾਣੇ ਜੋ ਲਿਖਿਆ ਹੋਇਆ। ਤੇ ਉਹਨਾਂ ਨੇ ਕਿਹਾ ਕਿ ਦੇਖੋ ਗੁਰੂ ਨਾਨਕ ਸਾਹਿਬ ਕੋਲ ਕਿੱਡੀ ਤਗੜੀ ਜ਼ਿੰਮੇਵਾਰੀ ਸੀ। ਉਹਨਾਂ ਨੇ ਉਹ ਬੰਦਾ ਲੱਭਣਾ ਸੀ ਜਿਹੜਾ ਨੀਵਿਆਂ ਤੋਂ ਅੱਤ ਨੀਵੇਂ ਦੀ ਪੀੜ ਨੂੰ ਉਸੇ ਹਾਲਤ ਵਿੱਚ ਰਹਿ ਕੇ ਮਹਿਸੂਸ ਕਰ ਸਕੇ। ਤੇ ਉਸ ਲਈ ਅੱਗੋਂ ਯਾਨੀ ਉਹਨਾਂ ਦਾ ਨਾਮ ਲੇਵਾ ਬਣਨ ਲਈ ਹੋੜ ਲੱਗੀ ਪਈ ਸੀ, ਭੀੜ ਸੀ ਸਾਰੀ। ਤੇ ਉਹ ਚਾਹੁੰਦੇ ਸਨ ਵੀ ਇਹ ਫਾਲਤੂ ਦੀ ਭੀੜ ਮੈਂ ਝਾੜ ਦਿਆਂ ਤਾਂ ਕਿ ਮੈਂ ਅੱਤ ਨੀਵਿਆਂ ਦਾ ਸਾਥੀ ਲੱਭ ਸਕਾਂ। ਮੈਂ ਵਾਰ-ਵਾਰ ਇਹ ਸ਼ਬਦ ਇਸ ਕਰਕੇ ਵਰਤ ਰਹੀ ਹਾਂ ਕਿ ਸਾਡੀ ਤਾਂ ਸਿੱਖ ਕੌਮ ਦੀ ਹੋਂਦ ਉੱਥੋਂ ਸ਼ੁਰੂ ਹੋਈ ਸੀ ਕਿ ਮੈਂ ਤਾਂ ਨੀਵਿਆਂ ਦਾ ਵੀ ਅੱਤ ਨੀਵਿਆਂ ਦਾ ਸਾਥੀ ਹਾਂ। ਤੇ ਉਸੇ ਲਈ ਉਹਨਾਂ ਨੇ ਭਾਈ ਲਹਿਣਾ ਜੀ ਤੋਂ ਚਿੱਕੜ ਭਰੀਆਂ ਪੰਡਾਂ ਚੁਕਾਈਆਂ, ਮੋਈ ਹੋਈ ਚੂਹੀ ਚੁਕਵਾਈ, ਸਿਆਲ ਦੀ ਰਾਤ ਨੂੰ ਧਰਮਸ਼ਾਲਾ ਦੀ ਟੱਠੀ ਹੋਈ ਕੰਧ ਬਣਵਾਈ, ਠੰਡ ਵਿੱਚ ਕੱਪੜੇ ਧੁਆਏ ਦਰਿਆ ਕਿਨਾਰੇ, ਕਮੀਨਾਂ ਨਾਲ ਬਹਿ ਕੇ ਉਹਨਾਂ ਨੂੰ ਬਿਠਾਇਆ, ਖਵਾਇਆ, ਸਭ ਕੁਝ ਖਤਮ ਕਰਨ ਲਈ। ਯਾਨੀ ਅੱਗੋਂ ਹਉਮੈ ਦਾ ਆਖਰੀ ਜੋ ਅਸੀਂ ਅੱਜ ਸਾਰੇ ਜਿਹਨੇ ਗਹਿਣਾ ਸੋਚਦੇ ਹਾਂ ਵੀ ਮੈਂ, ਮੇਰਾ ਨਾਮ, ਮੇਰਾ ਖਾਨਦਾਨ, ਤੁਸੀਂ ਜਾਣਦੇ ਨਹੀਂ ਮੇਰਾ ਪਿਓ ਕੌਣ ਹੈ, ਕਰਦੇ ਜਦੋਂ ਅਸੀਂ ਗੱਲ ਕਰਦੇ ਹਾਂ ਅਸੀਂ ਭੁੱਲ ਜਾਂਦੇ ਹਾਂ ਕਿ ਸਿੱਖੀ ਤੋਂ ਕੋਹਾਂ ਪਰਾਂ ਚਲੇ ਗਏ ਹਾਂ। ਉਹ ਹਉਮੈ ਦਾ ਆਖਰੀ ਇਮਤਿਹਾਨ ਜਦੋਂ ਪਾਸ ਕਰਨਾ ਸੀ, 3 ਸਿੱਖ ਰਹਿ ਗਏ ਸਨ। ਨਾਨਾ ਜੀ ਸਾਡੇ ਹਮੇਸ਼ਾ ਜੱਫੀ ਚ ਲੈ ਕੇ ਸਾਨੂੰ ਇਹ ਸੁਣਾਉਂਦੇ ਸਨ, ਸਿਰ ਤੇ ਹੱਥ ਰੱਖ ਕੇ, ਕਿ ਭਾਈ ਉਹਨਾਂ ਵਿੱਚੋਂ ਹੀ ਸਨ ਇੱਕ ਭਾਈ ਲਹਿਣਾ ਜੀ। ਤੇ ਜਦੋਂ ਉਹਨਾਂ ਨੇ ਆਖਰੀ ਵਾਰ ਕਿਹਾ ਵੀ ਤੁਰ ਜਾਓ ਤੁਸੀਂ ਤਿੰਨੋਂ, ਤਾਂ ਉਹ ਤਿੰਨੋਂ ਅੜੇ ਰਹੇ ਵੀ ਨਹੀਂ ਅਸੀਂ ਨਹੀਂ ਜਾਣਾ। ਫਿਰ ਉਹਨਾਂ ਨੂੰ ਰਾਵੀ ਕੰਢੇ ਦਰਿਆ ਦੇ ਕੇ ਲੈ ਕੇ ਗਏ ਸਨ ਤੇ ਇੱਕ ਚਿੱਟੀ ਚਾਦਰ ਨਾਲ ਕੱਜੀ ਚੀਜ਼ ਵੱਲ ਇਸ਼ਾਰਾ ਕਰਕੇ ਕਿਹਾ ਸੀ ਚਲੋ ਫਿਰ ਆਖਰੀ ਇਮਤਿਹਾਨ ਜੇ, ਮੁਰਦਾ ਖਾ ਕੇ ਵਿਖਾਓ। ਇੰਨਾ ਸੁਣਦੇ ਸਾਰ ਬਾਕੀ 2 ਜਣੇ ਚਲੇ ਗਏ, ਪਰ ਉਦੋਂ ਵੀ ਬਾਬਾ ਲਹਿਣਾ ਜੀ ਹਿੱਲੇ ਨਹੀਂ ਤੇ ਅਤ ਧੀਰਜ ਨਾਲ ਅਰਜ਼ ਕੀਤੀ ਸੀ, ਪਾਤਸ਼ਾਹ ਤੁਹਾਡਾ ਦਰ ਛੱਡ ਕੇ ਹੁਣ ਕਿਤੇ ਨਹੀਂ ਜਾਣਾ, ਸਿਰਫ ਇਹ ਕਰੋ ਕਿਹੜੇ ਪਾਸਿਓਂ ਖਾਣਾ ਸ਼ੁਰੂ ਕਰਨਾ। ਇਹ ਆਖਰੀ ਇਮਤਿਹਾਨ ਸੀ ਜਿੱਥੇ ਮੁਰਦਾਰ ਖਾਇਆ ਨਹੀਂ, ਪਰ ਉਹਨਾਂ ਨੇ ਗਲੇ ਨਾਲ ਲਾ ਲਿਆ ਸੀ ਭਾਈ ਲਹਿਣਾ ਜੀ ਨੂੰ ਕਿ ਤੂੰ ਹੁਣ ਅੱਜ ਤੋਂ ਗੁਰੂ ਅੰਗਦ ਬਣ ਗਿਆ ਜੀ। ਯਾਨੀ ਇਹਨਾਂ ਨੀਵਿਆਂ ਵਿੱਚ ਇਨਸਾਨੀਅਤ ਦਾ ਅਹਿਸਾਸ ਜਗਾਉਣਾ ਸੀ। ਤੇ ਨਾਨਾ ਜੀ ਅੱਖਾਂ ਭਰ ਕੇ ਕਹਿੰਦੇ ਸਨ, ਇਹ ਸੁੰਡ ਖਾਣੇ ਮੈਨੂੰ ਦੱਸ ਕਿੱਡੀ ਕੁ ਵੱਡੀ ਸੀ ਜੇ ਮੁਰਦਾਰ ਖਾਣ ਤੱਕ ਲਈ ਸਾਨੂੰ ਕਹਿ ਦਿੱਤਾ ਸੀ ਨੀਵਿਆਂ ਨਾਲ ਰਹਿਣਾ, ਤੇ ਇਹ ਤਾਂ ਕੁਝ ਵੀ ਨਹੀਂ ਸੁੰਡ ਖਾਣੇ ਤਾਂ। ਪਰ ਗੱਲ ਇਹ ਹੈ ਭਾਜੀ ਕਿ ਉਸ ਇਨਸਾਨ ਦੀ, ਉਸ ਸ਼ਖਸੀਅਤ ਦੀ ਇੱਕ ਕਿਰਦਾਰ ਹੁੰਦਾ ਜੇ ਜੋ ਕਿ ਯਾਨੀ ਇੰਨੀ ਗਰੀਬੀ ਵਿੱਚੋਂ ਉਹਨੂੰ ਜਿਵੇਂ ਕਹਿ ਸਕਦੇ ਨਾ ਸੁਨਿਆਰ ਦੀ ਠੁਕ ਠੁਕ ਹੁੰਦੀ ਹੈ। ਇਸ ਤਰੀਕੇ ਕੁਦਰਤ ਨੇ ਉਹਨਾਂ ਨੂੰ ਔਕੜਾਂ ਵਿੱਚੋਂ, ਸਮੇਂ ਦੇ ਥਪੇੜਿਆਂ ਨੇ ਜਿਹੜਾ ਆਪਾਂ ਕਹਿ ਸਕਦੇ ਹਾਂ, ਜਿਹੜੇ ਸਮੇਂ ਦੇ ਥਪੇੜੇ ਸੀ, ਸਮੇਂ ਦੀ ਠੁਕ ਠੁਕ ਸੀ, ਉਹਨਾਂ ਨੇ ਜਿਹੜਾ ਉਹਨਾਂ ਨੂੰ ਇੱਕ ਸੋਨਾ ਬਣਾ ਦਿੱਤਾ, ਤਿਆਰ ਕੀਤਾ ਸੀ, ਜਿਹਦੇ ਬਾਰੇ ਭਾਜੀ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਿ ਸੱਜਣ ਨੇ ਥਾਂ ਦਾ ਨਾਂ ਵੀ ਨਹੀਂ ਲੈਣਾ ਚਾਹੁੰਦੀ। ਸਿਰਫ ਮੈਂ ਇਸ ਕਰਕੇ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਕੋਈ ਕਿਸੇ ਦੀ ਜਰ ਨਾ ਸਕੇ, ਕਿਸੇ ਦਾ ਅਗਾਂਹ ਵਧਣਾ, ਜਾਂ ਉਹਨਾਂ ਨੇ ਤਾਂ ਅਗਾਂਹ ਵਧਣ ਦੀ ਖੈਰ ਗੱਲ ਹੀ ਕਦੇ ਨਹੀਂ ਕੀਤੀ। ਜ਼ਿੰਦਗੀ ਜਿਸਨੇ ਚਲਾਈ ਹੋਵੇ ਉਹਦੇ ਚ ਕਿਹੜੀ ਅਗਾਂਹ ਤੇ ਕਿਹੜੀ ਪਿਛਾਂਹ, ਉਹਨਾਂ ਨੇ ਕਿਸੇ ਨਾਲ ਮੁਕਾਬਲਾ ਕਦੇ ਕੀਤਾ ਹੀ ਨਹੀਂ ਸੀ। ਪਰ ਮੈਨੂੰ ਇਹ ਉਲਾਂਭਾ ਕਿਸੇ ਨੇ ਬੜੀ ਫਖਰ ਨਾਲ ਕਿਹਾ ਕਿ ਤੇਰੀ ਔਕਾਤ ਹੀ ਕੀ ਹੈ, ਤੇਰਾ ਤਾਂ ਨਾਨਾ ਇਸ ਤਰੀਕੇ ਨੰਗੇ ਪੈਰ ਤੁਰਨ ਵਾਲਾ, ਤੇਰਾ ਪਿਓ ਤਾਂ ਦਿੱਲੀ ਵਿੱਚ ਗੁਰਦੁਆਰਾ ਸਾਹਿਬ ਦੇ ਲਾਂਘੇ ਦੇ ਰੋੜੀ ਕੁੱਟਦਾ ਰਿਹਾ ਬੰਗਲਾ ਸਾਹਿਬ ਤੇ, ਤੂੰ ਤੇਰੀ ਕੀ ਔਕਾਤ ਹੈ, ਤੂੰ ਉਹ ਤਾਂ ਓਡੀ ਵੱਡੀ ਔਕਾਤ, ਇਦੋਂ ਵੱਡੀ ਔਕਾਤ ਹੋਰ ਕੀ ਹੋ ਸਕਦੀ ਹੈ ਕਿ ਜਿਹੜੇ ਬੰਦੇ ਨੇ ਇਹੋ ਕਿਹਾ ਸੀ ਜੀ ਮੈਨੂੰ ਮੇਰੀ ਔਕਾਤ ਓਨੀ ਹੋਈ ਹੋਣੀ ਬਥੇਰੀ ਹੈ,
ਕਿ ਮੈਨੂੰ ਫਖਰ ਹੈ ਮੇਰਾ ਨਾਨਾ ਪੈਰੀ ਨੰਗੇ ਤੁਰਿਆ ਪਰ ਅਣਖ ਬਰਕਰਾਰ ਰੱਖ ਗਿਆ ਆਪਣੀ। ਮੈਨੂੰ ਬੜਾ ਫਖਰ ਹੈ, ਮੈਨੂੰ ਬੜਾ ਫਖਰ ਹੈ। ਮੇਰਾ ਪਿਓ ਹੱਥ ਅੱਡ ਕੇ ਨਹੀਂ ਸੀ ਬੈਠਾ, ਉਹਨੇ ਰੋਟੀ ਤਾਂ ਹੱਕ ਦੀ ਖਾਧੀ। ਮੈਨੂੰ ਬਹੁਤ ਫਖਰ ਹੈ। ਸੋ ਧੰਨਵਾਦ ਜੀ, ਮਿਹਰ ਕਰੇ ਪ੍ਰਮਾਤਮਾ ਤੁਹਾਡੇ ਪਰਿਵਾਰ ਤੇ ਸਾਰਿਆਂ ਤੇ ਸਾਨੂੰ ਮਾਣ ਹੈ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਵਰਗਿਆਂ ਤੇ ਵੀ। ਸੋ ਮੈਨੂੰ ਮਾਣ ਹੈ, ਮੈਨੂੰ ਇਸ 'ਚ ਕੋਈ ਨੀਵਾਂਪਣ ਅਹਿਸਾਸ ਬਿਲਕੁਲ ਕਦੇ ਨਹੀਂ ਹੁੰਦਾ। ਮੈਨੂੰ ਫਖਰ ਹੁੰਦਾ ਦੱਸਦਿਆਂ ਕਿ ਹਾਂ ਮੈਂ ਇਹਨਾਂ ਗਰੀਬਾਂ ਦੇ ਪਲੀ ਹਾਂ, ਮੈਂ ਗਰੀਬੀ ਆਪ ਵੇਖੀ ਹੈ, ਉਹਨਾਂ ਦੀ ਹੰਢਾਈ ਹੈ। ਕਿ ਮੇਰੇ ਪਿਓ ਕੋਲ ਵੀ ਇੰਝ ਰਾਤ ਦਾ ਕਈ ਵਾਰ ਸਾਡੇ ਸਟੋਵ ਵਿੱਚ ਪਾਉਣ ਨੂੰ ਤੇਲ ਵੀ ਨਹੀਂ ਸੀ ਹੁੰਦਾ, ਤੇ ਕਿਵੇਂ ਉਹਨਾਂ ਨੂੰ ਵੀ ਡੀ.ਲਿਟ ਦੀ ਡਿਗਰੀ ਤੋਂ ਨਾ ਕਰ ਦਿੱਤਾ, ਕਿਵੇਂ ਸਰਕਾਰਾਂ ਨੇ ਧੱਕੇ ਉਹਨਾਂ ਨਾਲ ਵੀ ਕੀਤੇ ਸਨ। ਪਰ ਕਿਵੇਂ ਫਿਰ ਸੈਂਟਰ ਦੀ ਗਵਰਨਮੈਂਟ ਵੱਲੋਂ ਪੰਜਾਬ ਯੂਨੀਵਰਸਿਟੀ ਵੱਲੋਂ ਡੀ.ਲਿਟ ਵੀ ਦਿੱਤੀ। ਮੇਰੇ ਪਾਪਾ ਜੀ ਨੂੰ ਪ੍ਰੈਜ਼ੀਡੈਂਟ ਅਵਾਰਡ ਵੀ ਮਿਲਿਆ, ਇੱਥੋਂ ਤੱਕ ਕਿ ਸੈਨ ਹੋਜ਼ੇ ਯੂਨੀਵਰਸਿਟੀ ਕੈਲੀਫੋਰਨੀਆ ਵਿੱਚ ਆਨਰਰੀ ਪ੍ਰੋਫੈਸਰਸ਼ਿਪ ਵੀ ਮਿਲੀ। ਪਰ ਇੱਥੋਂ ਦੀ ਜੋ ਪੈਟੀ ਪੋਲਿਟਿਕਸ ਮੈਂ ਕਹਿਣਾ ਚਾਹੁੰਦੀ ਹਾਂ ਕਿ ਪਿੱਠ ਪਿੱਛੇ ਛੁਰੇ ਮਾਰਨੇ ਹੀ ਨੇ, ਉਹ ਸਾਡਾ ਖਾਨਦਾਨ ਨਹੀਂ। ਮੇਰਾ ਖਿਆਲ ਹੈ ਮੇਰੇ ਨਾਨੇ ਨੂੰ ਵੀ ਵੱਜੇ, ਮੇਰੇ ਪਿਓ ਨੂੰ ਵੀ ਵੱਜੇ, ਮੈਨੂੰ ਵੀ ਮਾਰੇ, ਪਰ ਅਸੀਂ ਹੰਢ ਚੁੱਕੇ ਹਾਂ ਕਿ ਚਲੋ ਅਜ਼ਮਾਓ ਸਾਡੀ, ਤੁਸੀਂ ਵੀ ਕਿ ਸਾਡੇ ਕਿੰਨਾ ਅਸੀਂ ਵੀ ਦਿਖਾ ਦਿੰਦੇ ਹਾਂ। ਸਾਡੇ ਜਰ ਜਾਣ ਦੀ ਸਿਖਰ ਵੇਖੋ, ਤੁਸੀਂ ਆਪਣੇ ਹਥਿਆਰ ਚੁੱਕੋ, ਅਸੀਂ ਆਪਣੀ ਅਣਖ ਚੁੱਕਦੇ ਹਾਂ। ਭਾਜੀ ਕਮਾਲ ਹੈ, ਵੇਖੋ ਕਿ ਉਹਨਾਂ ਦੇ ਮੈਂ ਸਾਦਗੀ ਦੀ ਇੱਕ ਮਿਸਾਲ ਦੇਣਾ ਚਾਹੁੰਦੀ ਹਾਂ ਕਿ ਇਸ ਤਰੀਕੇ ਦਾ ਉਹਨਾਂ ਨੇ ਉਛਾੜ ਆਪਣੇ ਉੱਤੇ ਚਾੜਿਆ ਸੀ ਕਿ ਮੈਂ ਆਪਣੀ ਜ਼ਿੰਦਗੀ ਦਾ ਹਰ ਪਲ ਇਸ ਤਰੀਕੇ ਲਾਣਾ। ਸੋ ਕਿਸੇ ਨੂੰ ਇਹ ਅਲਾਉਡ ਨਹੀਂ ਸੀ ਕਿ ਰਾਤ ਕੋਈ ਰਹਿ ਕੇ ਜਾਵੇ, ਕੋਈ ਰਿਸ਼ਤੇਦਾਰ ਉਹਨਾਂ ਦੇ ਘਰ ਰਾਤ ਸਾਡੇ ਚੋਂ ਅਸੀਂ ਰਹਿ ਨਹੀਂ ਸਕਦੇ। ਉਹਨਾਂ ਨੂੰ ਲੱਗਦਾ ਸੀ ਕਿ ਮੇਰੀ ਉਸ ਰਾਤ ਨੂੰ ਇਹ ਜੋ ਮੇਰਾ ਯਾਨੀ ਧੁਨੀ ਲੱਗੀ ਹੋਏਗੀ ਗੁਰਬਾਣੀ ਦੇ ਵਿੱਚ ਸਮਝਣ 'ਚ, ਉਹਦੇ 'ਚ ਕਿਤੇ ਵਿਚਾਰਾਂ ਦੀ ਜੋ ਮੇਰੀ ਲੜੀ ਹੈ ਉਹਨਾਂ 'ਚ ਕੋਈ ਤੋਟ ਨਾ ਪੈ ਜਾਵੇ, ਕੋਈ ਅੜਚਨ ਨਾ ਹੋਵੇ, ਤਾਂ ਮੇਰੇ ਘਰ ਰਿਸ਼ਤੇਦਾਰ ਨਹੀਂ ਰਹਿਣਾ। ਆਂਢ ਗੁਆਂਢ ਨੂੰ ਵੀ ਪਤਾ ਸੀ ਕਿ ਇਹਨਾਂ ਘਰ ਫਾਲਤੂ ਬਹਿ ਕੇ ਕੋਈ ਹਿੜ ਕਰ ਹੀ ਨਹੀਂ ਸਕਦਾ। ਉਹ ਸਿਰਫ ਸਮੇਂ, ਸੀਮਤ ਸਮੇਂ ਵਿੱਚ ਉਹਨਾਂ ਨੇ ਸਵੇਰੇ ਸੈਰ ਕਰਨ ਜਾਣਾ, ਸੀਮਤ ਸਮੇਂ 'ਚ ਨਾਸ਼ਤਾ, ਫਿਰ ਬੈਠਣਾ ਪੜ੍ਹਨ ਲਈ, ਫਿਰ ਦੁਪਹਿਰੇ ਦਾ ਫਿਰ ਕੀਰਤਨ ਜ਼ਰੂਰ ਸਵੇਰੇ ਕਰਦੇ ਸਨ। ਗੁਰਬਾਣੀ ਦਾ ਉਹਨਾਂ ਨੇ ਮਤਲਬ ਆਪਣਾ ਧਰਮ ਹੀ ਜਿਹੜਾ ਉਹਨੂੰ ਜ਼ਿੰਦਗੀ ਦੇ ਵਿੱਚ ਧਾਰਨ ਕੀਤਾ ਹੋਇਆ ਸੀ। ਖਾਣੇ ਦਾ ਸਮਾਂ ਸੀਮਤ, ਸ਼ਾਮ ਨੂੰ ਆਰਾਮ ਕਰਨਾ, ਫਿਰ ਇਸੇ ਤਰੀਕੇ। ਤਾਂ ਉਹਦੇ ਵਿੱਚ ਇੱਕ ਦਿਨ ਕੀ ਹੋਇਆ, ਗਵਾਂਢ ਦੇ ਵਿੱਚ ਜੋ ਸਾਹਮਣੇ ਘਰ ਦੇ ਵਿੱਚ ਰਹਿੰਦੇ ਸਨ, ਉਹ ਸਵੇਰੇ ਜਿਵੇਂ ਬਾਹਰ ਨਿਕਲੇ ਤਾਂ ਉਹਨਾਂ ਨੇ ਦੇਖਿਆ ਵੀ ਇਸ ਘਰ ਵਿੱਚ ਅੱਜ ਕੋਈ ਰਿਸ਼ਤੇਦਾਰ ਟਿਕਿਆ ਪਿਆ, ਕਿ ਅੱਜ ਕੋਈ ਇੱਕ ਔਰਤ ਦਿਸ ਗਈ ਜਿਹਨੇ ਸਿਰ ਤੇ ਚੁੰਨੀ ਲਈ ਹੈ। ਅਜੇ ਤੱਕ ਤਾਂ ਦਿਸੀ ਨਹੀਂ ਵੀ ਇਹ ਕਿਵੇਂ ਹੋਇਆ, ਅੱਜ ਇਹਨਾਂ ਘਰ ਕੋਈ ਰਿਸ਼ਤੇਦਾਰ ਟਿਕ ਕਿਵੇਂ ਗਿਆ, ਵੀ ਅਜੇ ਤੱਕ ਕਦੇ ਵੇਖਿਆ ਹੀ ਨਹੀਂ। ਤੇ ਆਖਰ ਇਹ ਕਮਾਲ ਹੋਇਆ ਕਿਵੇਂ ਹੈ, ਤੁਸੀਂ ਦੇਖੋ ਕਿ ਉਹਦੇ ਤੋਂ ਰਿਹਾ ਨਹੀਂ ਗਿਆ, ਉਹ ਘਰ ਪਹੁੰਚ ਗਈ ਵੀ ਮੈਂ ਪੁੱਛਾਂ ਵੀ ਇਹ ਮੇਰੇ ਨਾਨੀ ਜੀ ਕੋਲ ਗਈ, ਹੌਲੀ ਜੀ ਕੰਨ 'ਚ ਕਹਿੰਦੀ ਇਹ ਕਿਵੇਂ ਹੋਇਆ ਕਿ ਅੱਜ ਤੁਹਾਡੇ ਘਰ ਇੱਕ ਰਿਸ਼ਤੇਦਾਰ ਦਿਸਦਾ। ਤਾਂ ਮੇਰੇ ਨਾਨੀ ਜੀ ਨੇ ਕਿਹਾ ਉਹ ਰਿਸ਼ਤੇਦਾਰ ਨਹੀਂ ਬੀਬਾ, ਇਹ ਤਾਂ ਜੀਤ ਸਿੰਘ ਦੀ ਘਰ ਵਾਲੀ ਆਈ ਹੈ, ਯਾਨੀ ਵਿਆਹ ਹੋ ਕੇ ਆਇਆ ਹੈ, ਤੇ ਇਹ ਤਾਂ ਉਹਨੂੰ ਸਾਡੀ ਘਰ ਚਾਹੀਏ। ਹਿਸਾਬ ਲਾ ਲਓ ਕਿ ਕੋਈ ਬਰਾਤ ਨਹੀਂ, ਕੋਈ ਰਿਸ਼ਤੇਦਾਰੀ ਨਹੀਂ, ਕੱਖ ਵੀ ਨਹੀਂ, ਵਿਆਹ ਹੋ ਕੇ ਘਰ ਆ ਗਿਆ, ਕੋਈ ਬੈਂਡ ਨਹੀਂ, ਕੋਈ ਬਾਜਾ ਨਹੀਂ, ਇੱਕ ਯਾਨੀ ਜਿਹਨੂੰ ਦਾਜ ਵਰਗੀ ਚੀਜ਼ ਨਹੀਂ, ਕੋਈ ਟਰੰਕ ਨਹੀਂ, ਕੋਈ ਲਿਫਾਫਾ ਨਹੀਂ, ਕੱਖ ਵੀ ਨਹੀਂ, ਤੇ ਇਹ ਵਿਆਹ ਹੋ ਗਿਆ ਸੀ। ਮੈਂ ਸਾਦਗੀ ਨੂੰ ਜ਼ਿੰਦਗੀ ਦੇ ਵਿੱਚ ਕਿਵੇਂ ਗੁੰਦਣਾ ਹੁੰਦਾ, ਮੈਂ ਤੁਹਾਨੂੰ ਉਹਦੀ ਅਸਲੀਅਤ ਦੱਸੀ ਹੈ ਕਿ ਇਸ ਤਰੀਕੇ ਉਹਨਾਂ ਦੀ ਗਵਾਂਢਣ ਨੇ ਇਹ ਸਾਰਿਆਂ ਨੂੰ ਕਿਹਾ ਜਾ ਕੇ ਭਾਈ ਉਹਨਾਂ ਦੇ ਘਰ ਤਾਂ ਵਿਆਹ ਵੀ ਹੋ ਗਿਆ, ਸਾਨੂੰ ਪਤਾ ਵੀ ਨਹੀਂ। ਤੇ ਹਾਲ ਇਹ ਹੈ ਕਿ ਇਸ ਤਰੀਕੇ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਸਕੇ ਭਰਾ ਲਾਭ ਸਿੰਘ ਜੀ ਨੇ ਵੀ ਲਿਖਿਆ ਹੈ ਕਿ ਮੈਂ ਤਾਂ ਨਾਰਾਜ਼ ਹਾਂ ਇਹਦੇ ਨਾਲ, ਸਾਹਿਬ ਸਿੰਘ ਨਾਲ। ਉਹ ਵੀ ਕਿਉਂ? ਕਿਉਂਕਿ ਕਹਿੰਦੇ ਮੈਂ ਖਾਸ ਤੌਰ ਤੇ ਤਾਰ ਪਾਈ ਇਹਨਾਂ ਨੂੰ ਵੀ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਤੇ ਮੈਂ ਹੁਣ ਉਹ ਹਰ ਹਾਲ ਵਿੱਚ ਇਹ ਕਰਨਾ ਹੀ ਹੈ। ਤੇ ਉਹਨਾਂ ਨੇ ਵਾਪਸ ਜਵਾਬੀ ਤਾਰ ਤਾਂ ਬੜੀ ਚਿੱਠੀਆਂ ਲਿਖਦੇ ਸਨ, ਜਵਾਬੀ ਤਾਰ ਫੱਟ ਭੇਜ ਦਿੰਦੇ ਸਨ ਤੇ ਕਿਆ ਕਾਰਨ ਆ ਜਾਓ ਜੀ। ਉਦੋਂ ਉਹ ਖਾਲਸਾ ਕਾਲਜ ਵਿੱਚ ਅੰਮ੍ਰਿਤਸਰ ਵਿੱਚ ਸਿੱਖ ਧਰਮ ਦੇ ਤੇ ਪੰਜਾਬੀ ਦੇ ਲੈਕਚਰਰ ਸਨ। ਲਓ ਜੀ ਆ ਗਏ ਉਹ ਘਰ, ਆ ਕੇ ਜਿਵੇਂ ਹਮੇਸ਼ਾ ਹਰ ਇੱਕ ਨੂੰ ਹਦਾਇਤ ਹੁੰਦੀ ਸੀ ਵੀ ਬੋਲਣਾ ਤਾਂ ਹੈ ਹੀ ਨਹੀਂ, ਤੁਸੀਂ ਜਦੋਂ ਉਹਨਾਂ ਕੋਲ ਵੇਲ ਹੋਏਗੀ, ਜਦੋਂ ਉਹਨਾਂ ਦੀ ਵਿਚਾਰ ਸ਼੍ਰੰਖਲਾ ਟੁੱਟੇਗੀ ਉਦੋਂ ਹੀ ਗੱਲ ਕਰਨਗੇ। ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ 3 ਦਿਨ ਪੂਰੇ ਉਹ ਰੱਖੇ ਉੱਥੇ, ਇੱਕ ਗੱਲ ਵੀ ਮੂੰਹੋਂ ਨਾ ਕੱਢੀ ਨਾਨਾ ਜੀ ਨੇ ਵੀ ਮੈਂ, ਯਾਨੀ ਉਹਨਾਂ ਨੂੰ
ਇੰਨੀ ਕਿਸੇ ਅੜਚਨ ਚ ਉਹ ਅੜੇ ਪਏ ਸਨ ਵੀ ਮੈਂ ਇਹਦਾ ਕਿਸ ਤਰੀਕੇ ਇਹਦਾ ਵਿਆਕਰਣ ਗੁਰਬਾਣੀ ਵਿਆਕਰਣ ਦੇ ਕਿਸੇ ਸੰਕਲਪ ਵਿੱਚ ਕਹਿੰਦੇ ਮੈਂ ਇੰਨਾ ਕੁ ਉਲਝੇ ਹੋਏ ਸਨ ਪਏ ਸਨ ਉਲਝੇ ਸਨ ਕਿ ਉਹਨਾਂ ਨੂੰ ਇਹ ਅਹਿਸਾਸ ਹੀ ਨਹੀਂ ਹੋਂਦ ਦੀ ਕਿਸੇ ਦੀ ਕੋਈ ਹੈ ਵੀ ਘਰ ਚ ਕੋਈ ਆਇਆ ਵੀ ਹੈ ਤੇ ਉਹ ਵੀ ਵਿਚਾਰੇ ਦੇਖ ਕੇ ਕਿ ਇਸ ਬੰਦੇ ਦਾ ਤਾਂ ਸਿਰ ਉਤਾਂ ਹੀ ਨਹੀਂ ਚੁੱਕਦਾ, ਇਹਨੂੰ ਰੋਟੀ ਵੇਲੇ ਵੀ ਨਹੀਂ ਪਤਾ ਵੀ ਮੈਂ ਖਾਣੀ ਹੈ ਕਿ ਨਹੀਂ ਤੇ ਮੈਂ ਕਿਵੇਂ ਡਿਸਟਰਬ ਕਰਦੇ ਆ। 3 ਦਿਨ ਰਹਿ ਕੇ ਭਾਜੀ ਵਾਪਸ ਚਲੇ ਗਏ। ਪਰ ਉਹ ਸਵੇਰੇ ਜਦੋਂ ਚੁਆਵਾਂ ਦੁੱਧ ਲੈਣ ਜਾਂਦੇ ਸਨ ਉਦੋਂ ਵੀ ਚੁੱਪ ਚੁਪੀਤੇ ਨਾਲ ਤੁਰਦੇ ਤੇ ਉਹ ਆਪਣੇ ਕੀਰਤਨ ਦੀ ਲਫ਼ਜ਼ ਨੂੰ ਬੋਲਦਿਆਂ ਵਾਪਸ ਉਂਝ ਹੀ ਆ ਜਾਂਦੇ ਵੀ ਆਹ ਲਫ਼ਜ਼ ਇਹ ਏਦਾਂ ਇਸ ਤਰ੍ਹਾਂ ਕਰਦੇ ਕਰਨਾ ਜੀ। ਉਹ ਤਾਂ 3 ਦਿਨ ਰਹਿ ਕੇ ਵਾਪਸ ਮੁੜ ਗਏ। ਆਪਾਂ ਬਿਲਕੁਲ ਜੀ ਇਹੋ ਜਿਹੀ ਇੰਟਰਸਟਿੰਗ ਗੱਲਾਂ ਆਪਾਂ ਕਰਾਂਗੇ, ਪਰ ਇੱਕ ਕਾਲਸ ਲੈ ਲਈਏ। ਸਭ ਤੋਂ ਪਹਿਲਾਂ ਮੈਂ 92-164 ਤੇ ਕਾਲ ਲਊਂਗਾ, ਫਿਰ ਮੈਂ ਟਿਵਾਣਾ ਸਾਹਿਬ ਤੁਹਾਡੀ ਕਾਲ ਲਵਾਂਗਾ। ਸਤਿ ਸ਼੍ਰੀ ਅਕਾਲ ਜੀ। 92-164 ਤੇ ਆਉਣੇ ਰਹੋ ਤੁਸੀਂ। ਸਤਿ ਸ਼੍ਰੀ ਅਕਾਲ ਜੀ। 92-164 ਤੇ ਆਉਣੇ ਰਹੋ। ਚਲੋ ਟਿਵਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਡਾਕਟਰ ਰਸ਼ਿੰਦਰ ਕੌਰ ਜੀ ਨੂੰ ਵੀ ਬਹੁਤ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ, ਕਿਉਂਕਿ ਜੋ ਅੱਜ ਇਹਨਾਂ ਨੇ ਗੱਲਾਂ ਕੀਤੀਆਂ ਨੇ ਨਾ, ਮੇਰੀ ਦਾਨੇਵਾਲੇ ਸਾਹਿਬ ਜਿਹੜੀ ਮੈਂ ਪਿਛਲੇ ਕੁਝ ਦਿਨਾਂ ਤੋਂ ਵੀ ਇਹ ਸੋਚਦਾ ਸੀਗਾ, ਜੋ ਸਾਦਗੀ ਦੀਆਂ ਗੱਲਾਂ ਇਹਨਾਂ ਨੇ ਦੱਸੀਆਂ ਨੇ ਜੀ, ਕਿ ਜਿਹੜੀ ਹੁਣ ਅਸੀਂ ਕਰੋਨਾ ਵਾਇਰਸ ਦੇ ਵਿੱਚ ਵੀ ਦੇਖਿਆ ਕਿ ਮੈਂ ਬੜੇ ਬੰਦਿਆਂ ਨੂੰ ਦੇਖਿਆ, ਉਹਨਾਂ ਨੇ ਕਿਹਾ ਵੀ ਜ਼ਿੰਦਗੀ ਦੀ ਅਸੀਂ ਇੰਨੀ ਭੱਜ ਦੌੜ ਦੇ ਵਿੱਚ ਜੋ ਅਸਲੀ ਮੂਲ ਤੋਂ ਦੂਰ ਹੋ ਚੁੱਕੇ ਸੀਗੇ ਨਾ ਲੋਕ, ਜੀ ਜੀ, ਉਹਨਾਂ ਨੂੰ ਕਾਫੀ ਮਤਲਬ ਸਾਡੇ ਤਾਂ ਸਿੱਖ ਧਰਮ ਦੇ ਵਿੱਚ ਵੈਸੇ ਹੀ ਜੋ ਨਿਮਰਤਾ ਤੇ ਮਨ ਨੀਵਾਂ ਮੱਤ ਉੱਚੀ ਵਾਲੀ ਗੱਲ ਹੈ, ਪਰ ਅੱਜ ਜੋ ਇਹਨਾਂ ਦੀਆਂ ਗੱਲਾਂ ਸੁਣੀਆਂ ਨੇ ਮੈਂ ਤਾਂ ਇੰਨਾ ਮਤਲਬ ਵਧੀਆ ਫੀਲ ਕੀਤਾ ਕਿ ਸਾਡਾ ਇੱਥੇ ਹੁਣ ਸਵੇਰ ਦਾ ਟਾਈਮ ਹੈ ਜੀ, ਤੇ ਮਤਲਬ ਸਾਰਾ ਦਿਨ ਏਦਾਂ ਲੱਗਦਾ ਵੀ ਬੜਾ ਨਿਰਮਲ ਜਿਹਾ ਹੋ ਗਿਆ। ਤੇ ਇੱਕ ਮੈਨੂੰ ਜ਼ਰੂਰ ਜਾਣਕਾਰੀ ਦੇ ਕੇ ਜਾਣ ਭੈਣ ਜੀ ਵੀ ਕਿ ਜਿਵੇਂ ਹੁਣ ਇਹਨਾਂ ਦੇ ਇੰਨੇ ਦੇਖੋ ਵਿਦਵਾਨ ਆਪਣੇ ਪ੍ਰੋਫੈਸਰ ਸਾਹਿਬ ਸਿੰਘ ਜੀ ਸੀਗੇ, ਤੇ ਉਹਨਾਂ ਦੇ ਨਾਮ ਤੇ ਕੋਈ ਸੰਸਥਾ ਜਾਂ ਕੋਈ ਸਕਾਲਰਸ਼ਿਪ ਕੋਈ ਯੂਨੀਵਰਸਿਟੀ ਦੇ ਵਿੱਚ ਚੇਅਰ ਹੋਵੇ ਜਿਹਦੇ ਚ ਮਤਲਬ ਗਰੀਬ ਦਬੇ ਕੁਚਲੇ ਲੋਕਾਂ ਦੇ ਵਿੱਚੋਂ ਕੋਈ ਕੋਹਿਨੂਰ ਵਰਗਾ ਹੀਰਾ ਤਿਆਰ ਕੀਤਾ ਜਾ ਸਕੇ, ਉਹ ਕੋਈ ਚੱਲ ਰਹੀ ਹੈ ਪ੍ਰੋਸੈਸ? ਕਿਉਂਕਿ ਸਾਡਾ ਹੁਣ ਅਸੀਂ ਖਾਲਸਾ ਏਡ ਦੀ ਵੀ ਦੇਖੋ ਕਿੰਨਾ ਮਿਹਨਤ ਕਰ ਰਹੀ ਹੈ, ਪਰ ਮੈਨੂੰ ਲੱਗਦਾ ਕਿਸੇ ਨੂੰ ਆਪਾਂ ਕਿਸੇ ਦਾ ਢਿੱਡ ਭਰਨ ਨਾਲੋਂ ਨਾ ਜੇ ਲੋਕਾਂ ਨੂੰ ਵਿੱਦਿਆ ਸਭ ਤੋਂ ਵੱਡੀ ਗੱਲ ਟਿਵਾਣਾ ਸਾਹਿਬ ਮੈਂ ਹਮੇਸ਼ਾ ਕਹਿੰਦਾ ਕਿ ਵਿੱਦਿਆ ਇੱਕ ਐਸੀ ਚੀਜ਼ ਹੈ ਜਿਹੜੀ ਪੁਸ਼ਤਾਂ ਦਾ ਜਿਹੜਾ ਢਿੱਡ ਭਰ ਜਾਂਦੀ ਹੈ। ਜੀ ਮੈਂ ਬੜੀ ਮਿਹਰਬਾਨੀ, ਤੁਸੀਂ ਬੜਾ ਕੀਮਤੀ ਸਵਾਲ ਪੁੱਛਿਆ, ਮੈਂ ਦਿਲੋਂ ਧੰਨਵਾਦ ਕਰਦੀ ਹਾਂ ਤੁਹਾਡਾ ਇਹੋ ਜਿਹਾ ਸਵਾਲ ਪੁੱਛਣ ਦੀ। ਭਾਜੀ ਬਿਲਕੁਲ ਮੈਂ ਸਹਿਮਤ ਹਾਂ। ਅਸਲ ਵਿੱਚ ਦੋਨੋਂ ਯੂਨੀਵਰਸਿਟੀਆਂ ਨੇ ਉਦੋਂ ਵਾਅਦੇ ਕੀਤੇ ਕਿ ਅਸੀਂ ਉਹਨਾਂ ਦੇ ਨਾਮ ਤੇ ਚੇਅਰ ਖੋਲਣਾ ਚਾਹੁੰਦੇ ਹਾਂ, ਉਸ ਲਈ ਲਗਭਗ ਕਰੋੜ ਦੇ ਨੇੜੇ ਤੇੜੇ ਦਾ ਰੁਪਇਆ ਡਾਕਟਰ ਦਲਜੀਤ ਸਿੰਘ ਨੇ ਵੀ ਕਿਹਾ ਕਿ ਮੈਂ ਵੀ ਪਾਲਣਾ ਕਿ ਕਿਸੇ ਇਸ ਤਰ੍ਹਾਂ ਉਸ ਰਾਹੀਂ ਕਿਸੇ ਦੀ ਜੇ ਪੜ੍ਹਾਈ ਦਾ ਖਰਚਾ ਚੁੱਕਿਆ ਜਾ ਸਕੇ। ਮੇਰੇ ਪਾਪਾ ਜੀ ਨੇ ਪੂਰਾ ਟਿੱਲ ਲਾ ਲਿਆ, ਨਹੀਂ ਕੀਤਾ ਤਾਂ ਫਿਰ ਅਸੀਂ ਦਿਲ ਨਹੀਂ ਸੀ ਛੱਡਿਆ। ਮੇਰੇ ਪਾਪਾ ਜੀ ਨੇ ਮੇਰਾ ਖਿਆਲ ਹੈ ਉਂਗਲਾਂ ਤੇ ਗਿਣੇ ਹੀ ਨਹੀਂ ਜਾ ਸਕਦੇ, ਕਲਾਸਾਂ ਦੀਆਂ ਕਲਾਸਾਂ ਫ੍ਰੀ ਆਪਣੇ ਪੱਲਿਓਂ ਪੈਸੇ ਦੇ ਕੇ ਉਹਨਾਂ ਦੀਆਂ ਫੀਸਾਂ ਪੜ੍ਹਾਉਂਦੇ ਰਹੇ। ਡਾਕਟਰ ਦਲਜੀਤ ਸਿੰਘ ਉਹਨਾਂ ਨੇ ਵੀ ਇਹੋ ਕੁਝ ਕੀਤਾ ਤੇ ਅੱਗੋਂ ਮੈਂ ਜਾਰੀ ਰੱਖ ਰਹੀ ਹਾਂ। 415 ਜੋ ਖੁਦਕੁਸ਼ੀ ਕਰ ਗਏ ਕਿਸਾਨਾਂ ਦੀਆਂ ਧੀਆਂ ਦਾ, 415 ਨੇ ਜਿਨ੍ਹਾਂ ਦੀ ਮੈਂ ਪੱਲਿਓਂ ਫੀਸਾਂ ਭਰ ਰਹੀ ਹਾਂ, ਉਹਨਾਂ ਦੀਆਂ ਲਗਭਗ 3.5 ਲੱਖ ਰੁਪਇਆ ਦੇ ਨੇੜੇ ਤੇੜੇ ਹਰ ਮਹੀਨੇ ਦਾ ਖਰਚਾ। ਸੋ ਅਸੀਂ ਆਪ ਹੀ ਟੱਬਰ ਨੇ ਹੀ ਇਹ ਚੁੱਕ ਲਿਆ ਸੀ ਜਿੰਮਾ ਕਿ ਜੇ ਯੂਨੀਵਰਸਿਟੀਆਂ ਨਹੀਂ ਕਰ ਸਕਦੀਆਂ, ਉਹ ਸੰਸਥਾ ਨਹੀਂ ਪੂਰੀ ਇਸ ਨੂੰ ਖਰੀ ਉਤਰਦੀ, ਉਹ ਇਗਨੋਰ ਕਰਨਾ ਚਾਹੁੰਦੀਆਂ ਨੇ, ਤਾਂ ਜਦ ਤੱਕ ਸਾਡਾ ਟੱਬਰ ਇਹੋ ਜਿਹਾ ਕਰ ਸਕਦਾ ਹੈ ਅਸੀਂ ਇਹ ਖਰਚਾ ਆਪ ਝੱਲ ਕੇ ਇਸ ਤਰ੍ਹਾਂ ਪੜ੍ਹਾਈ ਦੇ ਉੱਤੇ ਲੋੜਵੰਦਾਂ ਦੀ ਪੜ੍ਹਾਈ ਤੇ ਅਸੀਂ ਜ਼ਰੂਰ ਕਰਦੇ ਰਹੇ ਹਾਂ। ਮੇਰੇ ਪਾਪਾ ਜੀ ਦੇ ਪੜ੍ਹੇ ਸਟੂਡੈਂਟਸ ਜਿਸ ਸਿਖਰ ਤੱਕ ਪਹੁੰਚੇ, ਮੇਰਾ ਖਿਆਲ ਹੈ ਉਹ ਉਸਤਾਦਾਂ ਦੇ ਉਸਤਾਦ ਹੀ ਤਾਂ ਕਹੇ ਜਾਂਦੇ ਨੇ, ਜਿਨ੍ਹਾਂ 'ਚ ਦਲੀਪ ਕੌਰ ਟਿਵਾਣਾ ਵੀ ਸੀ, ਬਲਰਾਜ ਸਾਨੀ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਵਰਗੇ, ਤੇ ਹੁਣ ਜਿਵੇਂ ਯਾਨੀ ਅੱਗੇ ਤੋਂ ਅੱਗੇ ਮੇਰੇ ਤੁਸੀਂ ਪੜ੍ਹਾਈ ਜਾਂਦੇ ਹੋ ਜੀ, ਡਾਕਟਰ ਵੀ ਬਣ ਚੁੱਕੇ ਨੇ ਜਿਹੜੇ ਮੁਫਤ ਪੜ੍ਹ ਗਏ, ਤੇ ਮੈਂ ਵੀ ਉਸ ਕੋਸ਼ਿਸ਼ 'ਚ ਅੱਗੋਂ ਜੁਟੀਆਂ। ਹੁਣ 415 ਬੱਚੀਆਂ 'ਚੋਂ ਅੱਗੋਂ ਨੌਕਰੀਆਂ ਵੀ ਲੱਗ ਗਈਆਂ ਨੇ, ਪੜ੍ਹ ਲਿਖ ਗਈਆਂ ਨੇ। ਸੋ ਸ਼ੁਕਰ ਕਰਦੇ ਹਾਂ ਜੀ, ਇਹ ਅਸੀਂ ਆਪਣੇ ਪੱਧਰ ਤੇ ਜ਼ਰੂਰ ਕਰ ਸਕੇ ਹਾਂ, ਕਿਉਂਕਿ ਕਹਿਣਾ ਹੀ ਹੁੰਦਾ ਸਰਕਾਰਾਂ ਨੂੰ, ਜੇ ਯੂਨੀਵਰਸਿਟੀਆਂ ਲੈਣ ਨੂੰ ਇਹੋ ਜਿਹੀ ਚੀਜ਼ ਤਿਆਰ ਨਹੀਂ, ਸਰਕਾਰਾਂ ਕਰਨ ਨੂੰ ਤਿਆਰ ਨਹੀਂ। ਬਿਲਕੁਲ ਆਪ ਕਰ ਲਓ ਜੀ, ਐਡੀ ਕਿੱਡੀ ਗੱਲ ਹੈ, ਆਪ ਤੁਸੀਂ ਕਰੀ ਜਾ ਰਹੇ ਹੋ, ਬਿਲਕੁਲ ਆਪ ਤੁਸੀਂ ਕਰੀ ਜਾ ਰਹੇ ਹੋ। ਸੋ ਬਿਲਕੁਲ ਭੈਣ ਜੀ, ਤੁਹਾਡਾ ਸਮਾਂ ਦੇਣ ਦੇ ਲਈ ਮੈਂ ਬਹੁਤ ਧੰਨਵਾਦ। ਤੁਸੀਂ ਬਹੁਤ ਸੋਹਣਾ ਚਾਨਣਾ ਪਾਇਆ
ਬੇਸ਼ੱਕ ਤੁਹਾਡੇ ਨਾਨਾ ਜੀ ਨੇ, ਤੇ ਤੁਹਾਡੇ ਤੋਂ ਵੱਧ ਚਾਨਣਾ ਹੋਰ ਕੌਣ ਪਾ ਸਕਦਾ ਸੀ, ਕਿਉਂਕਿ ਜਿਹੜੇ ਬੰਦੇ ਨੇ ਨਿੱਜੀ ਤੌਰ ਦੇ ਉੱਤੇ ਕਿਸੇ ਬੰਦੇ ਨੂੰ ਮਾਣਿਆ ਹੁੰਦਾ, ਮੈਂ ਮਾਨਣਾ ਕਹਿੰਦਾ ਹੁੰਦਾ, ਇਹ ਸ਼ਬਦ ਮੈਂ ਮਾਨਣਾ ਕਹਿੰਦਾ ਕਿਉਂਕਿ ਤੁਸੀਂ ਉਹਨਾਂ ਦੇ ਜੀਵਨ ਨੂੰ, ਉਹਨਾਂ ਦੀਆਂ ਗੱਲਾਂ ਦਾ ਆਨੰਦ ਲਿਆ ਹੁੰਦਾ, ਉਹਨਾਂ ਦੇ ਤਜਰਬੇ ਦੇ ਵਿੱਚੋਂ ਕੁਝ ਸਿੱਖਿਆ ਹੁੰਦਾ, ਤਾਂ ਜ਼ਿੰਦਗੀ ਭਰ ਤੁਹਾਡੇ ਲਈ ਇੱਕ ਉਹ ਚੱਲਦੀ ਫਿਰਦੀ ਜਿਹੜੀ ਹੈ ਨਾ ਜ਼ਹਿਨੀਅਤ ਦੇ ਵਿੱਚ ਇੱਕ ਡਾਕੂਮੈਂਟਰੀ ਤਿਆਰ ਹੋ ਜਾਂਦੀ ਹੈ। ਸੋ ਬਹੁਤ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦਾ ਇੰਨਾ ਕਲੋਜ਼ਲੀ ਬੁੱਕਲ ਦਾ ਵੀ ਨਿੱਘ ਮਾਣਿਆ। ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਮਿਹਰਬਾਨੀ। ਸੋ ਇਹ ਸਨ ਡਾਕਟਰ ਸ਼ਿੰਦਰ ਕੌਰ ਹੋਰੀ ਜੀ, ਜਿਨ੍ਹਾਂ ਦੇ ਨਾਨਾ ਜੀ ਸਨ ਪ੍ਰੋਫੈਸਰ ਸਾਹਿਬ ਸਿੰਘ ਹੋਰੀ, ਤੇ ਉਹਨਾਂ ਬਾਰੇ ਜੋ ਜਾਣਕਾਰੀ ਸਾਂਝੀ ਕੀਤੀ ਸ਼ਾਇਦ ਸਾਡੇ ਲਈ ਇੱਕ ਬਹੁਤ ਵਡਮੁੱਲੀ ਜਾਣਕਾਰੀ ਸੀਗੀ। ਸੋ ਇੱਕ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ DD 15 ਚਲਾਉਂਦੇ ਜਾਂ ਪੈਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ। ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519 622 0660 5196220660 QTL because we care। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066।